ਕੁੜੀਆਂ ਕਹਾਣੀ ਸਰਗੀ। ਨੰਨੀ ਛਾਂ ਟੈਲੀਵਿਜ਼ਨ 'ਤੇ ਨੰਨੀ ਛਾਂ ਦੀ ਮਸ਼ਹੂਰੀ ਆਉਣ ਡਈ ਆ। ਨੰਨੀ ਛਾਂ ਵਾਲੀ ਬੀਬੀ ਦੇ ਬੋਲ ਮੇਰੀਆਂ ਆਂਦਰਾਂ ਨੂੰ ਧੂੰ ਪਾਉਂਦੇ। ਮੈਨੂੰ ਲੱਗਦਾ ਜਿਵੇਂ ਹਰਸਿਮਰਤ ਇਹ ਸਭ ਕੁਝ ਮੈਨੂੰ ਹੀ ਕਹਿਣ ਡਈ ਆ। ਉਦੋਂ ਮੇਰਾ ਜੀਅ ਕਰਦਾ ਇਹ ਡੱਬਾ ਜਿਹਾ ਬੰਦ ਕਰ ਦੇਵਾਂ ਤੇ ਉਹਦੇ ਸਾਹਮਣੇ ਬੈਠੇ ਸਭ ਜੀਆਂ ਦਾ ਸਿਰ ਭੰਨ ਦੇਵਾਂ, ਪਰ ਸਾਰਾ ਗੁੱਸਾ ਅੰਦਰੋਂ ਅੰਦਰੀ ਪੀ ਜਾਂਦੀ ਆ। ਅਜੇ ਮੇਰਾ ਵੇਲਾ ਨਹੀਂ, ਬਸ ਰੱਬ ਇੱਕ ਪੁੱਤ ਦੇ ਦੇਵੇ, ਫਿਰ ਦੱਸੂ ਪਤਾ ਇਹਨਾਂ ਸਾਰਿਆਂ ਨੂੰ। ਪੁੱਤ ਦਾ ਖਿਆਲ ਆਉਂਦਿਆਂ ਹੀ ਮੇਰੇ ਪੈਰ ਮੱਲੋ ਮੱਲੀ ਉਸ ਕਮਰੇ ਨੂੰ ਹੋ ਤੁਰੇ ਜਿੱਥੇ ਮੇਰੀ ਕੁੜੀ ਘੂਕ ਸੁੱਤੀ ਪਈ ਸੀ। ਜਦੋਂ ਮਨ ਨੂੰ ਪਝੱਤਰੀ ਜਿਹੀ ਲੱਗੂ ਕੁੜੀ ਨੂੰ ਵੇਖਣ ਲੱਗ ਪਊ। ਇਹਨੂੰ ਵੇਖਦਿਆਂ ਹੀ ਸਭ ਕੁਝ ਛਿਪਣ ਹੋ ਜਾਂਦਾ। ਸੁੱਖ ਨਾਲ ਪੰਜਵਾਂ ਲੱਗਾ ਤੇ ਇਹਨਾਂ 5 ਸਾਲਾਂ 'ਚ ਜੋ ਮੈਂ ਝੱਲਿਆ ਜਾਂ ਝੱਲਣ ਡਈ ਆ ਉਹ ਮੈਨੂੰ ਜਾਂ ਮੇਰੇ ਰੱਬ ਨੂੰ ਹੀ ਪਤਾ। ਹੇ ਰੱਬਾ, 4 ਵੇਲਿਆਂ ਦਾ ਇੱਕ ਵੇਲਾ ਮੇਰੀ ਨਿਮਾਣੀ ਦੀ ਝੋਲੀ ਭਰ ਦੇ। ਤੇਰੇ ਘਰ ਕਿਸੇ ਸ਼ੈ ਦਾ ਕੋਈ ਘਾਟਾ ਨਹੀਂ। ਇਸ ਤੋਂ ਅੱਗੇ ਮੇਰੇ ਕੋਲੋਂ ਕੁਝ ਬੋਲ ਨਹੀਂ ਹੁੰਦਾ। ਅੱਖਾਂ ਭਰ ਆਉਂਦੀਆਂ। ਮੁੰਡਾ ਲੈਣ ਲਈ ਬੜੇ ਪਾਪ ਹੋਏ ਮੇਰੇ ਤੋਂ। ਕਈ ਵਾਰੀ ਮੜੀ ਮਸਾਣੀ ਜਾ ਕੇ ਨਹਾਤੀ, ਬੜੇ ਟੂਣੇ ਟਾਮਣ ਕੀਤੇ। ਹੁਣ ਵੀ ਸੱਸ ਜਿੱਧਰ ਨੂੰ ਲੈ ਜਾਵੇ ਨਾਲ ਤੁਰ ਪੈਂਦੀ ਆ, ਪਰ ਰੱਬ ਅਜੇ ਤੱਕ ਨਹੀਂ ਸੀ ਬੌੜਿਆ। ਕੁੜੀ ਨੇ ਪਾਸਾ ਲਿਆ, ਮੈਂ ਉਹਨੂੰ ਆਪਣੀ ਹਿੱਕ ਨਾਲ ਲਾ ਲਿਆ। ਇਸ ਪੂਰੇ ਘਰ ਵਿੱਚ ਇਹੋ ਤਾਂ ਪੂਰੀ ਦੀ ਪੂਰੀ ਮੇਰੀ ਸੀ। ਮਾੜੀ ਮੋਟੀ ਖਸਮ ਗੱਲ ਸੁਣ ਲੈਂਦਾ, ਪਰ ਹੈਗਾ ਉਹ ਵੀ ਮਾਂ ਦਾ ਦੀਵਾ। ਤਦੇ ਜੀਅ ਕਰਦਾ ਮੇਰੀ ਧੀ ਛੇਤੀ ਛੇਤੀ ਵੱਡੀ ਹੋ ਜਾਏ, ਮੈਂ ਸਾਰੀਆਂ ਗੱਲਾਂ ਕਰਾਂ ਇਹਦੇ ਨਾਲ। ਆਂਦੇ ਹੁੰਦੇ ਆ ਮਾਵਾਂ ਧੀਆਂ ਦੀਆਂ ਬੁੱਕਲ 'ਚ ਗੱਲਾਂ। ਹੁਣ ਤੇ ਆਪੇ ਦਲੀਲੇ ਪਈ ਰਹਿੰਦੀ ਆ। ਵਿਆਹ ਦੇ ਪਹਿਲੇ ਸਾਲ ਪਲੇਠੀ ਧੀ ਹੋਈ ਤਾਂ ਸਾਰਿਆਂ ਦੇ ਮੂੰਹ ਸੀਤੇ ਗਏ। ਕਿਸੇ ਨੇ ਮੇਰੀ ਧੀ ਨੂੰ ਚੱਜ ਨਾਲ ਨਾ ਵੇਖਿਆ ਤੇ ਨਾ ਹੀ ਮੇਰੀ ਸਾਰ ਲਈ। ਮੇਰੀ ਦਦੇਸ ਰੱਬ ਨੂੰ ਮੰਨਣ ਵਾਲੀ ਮੇਰੇ ਸਿਰ ਤੇ ਹੱਥ ਫੇਰਦਿਆਂ ਬੋਲੀ, ਉਹ ਨਾਰ ਸੁਲੱਖਣੀ ਜਿਸ ਪਹਿਲੀ ਜਾਈ ਲੱਛਮੀ। ਪਰ ਇਹ ਕਹਿਣ ਤੋਂ ਬਾਅਦ ਉਹਦੀ ਆਵਾਜ਼ ਵੀ ਕੰਬ ਗਈ ਸੀ। ਕੋਈ ਮੇਰੇ ਖਸਮ ਨੂੰ ਕਹਿ ਛੱਡਦਾ, ਜੇ ਨੇਰੀ ਆਈ ਤਾਂ ਮੀਂਹ ਵੀ ਆਊਗਾ। ਚਾਹੁੰਦੀ ਤਾਂ ਮੈਂ ਵੀ ਪੁੱਤ ਸੀ। ਇੱਕ ਵਾਰ ਮੇਰੇ ਦਿਲ ਨੂੰ ਵੀ ਧੱਕਾ ਜਿਹਾ ਲੱਗਾ, ਪਰ ਦੁੱਧ ਉਤਰਿਆ ਤਾਂ ਧੀ ਚੰਗੀ ਲੱਗਣ ਲੱਗ ਪਈ। ਜਿਸ ਸਾਲ ਇਹ ਹੋਈ ਸਾਡੇ ਵਿਆਹ ਦੀ ਪਹਿਲੀ ਲੋਹੜੀ ਸੀ। ਮੈਨੂੰ ਚੰਗਾ ਚੇਤਾ, ਕਿਸੇ ਨੇ ਮੇਰੀ ਧੀ ਨੂੰ ਗੋਦੀ ਚੁੱਕ ਸ਼ਗਨ ਪਾਉਂਦਿਆਂ ਆਖਿਆ ਸੀ, ਕਰਮਾਂ ਵਾਲੀ ਆ ਜਿਹਨੇ ਪਹਿਲੀ ਵਾਰੀ ਮੱਲ ਲਈ, ਫੇਰ ਕਿਸੇ ਨੇ ਤੇਰੀ ਵਾਰੀ ਆਉਣ ਦੇਣੀ ਸੀ ਭਲਾ। ਵਾਕਿਆ ਹੀ ਫਿਰ ਜਿਹੜੀਆਂ ਕੁੱਖੇ ਪਈਆਂ ਉਹ ਕਦੋਂ ਆਈਆਂ? ਜੇ ਇੱਕ ਆਈ ਵੀ ਸੀ ਤਾਂ ਉਹ ਵੀ ਹਫ਼ਤੇ ਦੀ ਹੋ ਕੇ ਮਰ ਖੱਪ ਗਈ। ਵੱਡੀ 2 ਸਾਲ ਦੀ ਹੋਈ ਸੀ ਜਦੋਂ ਥੋੜ੍ਹੇ ਦਿਨ ਉੱਤੇ ਚੜ੍ਹੇ। ਐਤਕੀ ਸੱਸ ਕੋਈ ਢਿੱਲ ਨਹੀਂ ਸੀ ਰਹਿਣ ਦੇਣੀ ਚਾਹੁੰਦੀ। ਮੁੰਡੇ ਵਾਲੀ ਦਵਾਈ ਖਾਧੀ, ਜਿਹਦੇ ਕੋਲੋਂ ਦਵਾਈ ਲਈ ਉਹ ਬੜਾ ਵਲੀ ਦਸੀਦਾ ਸੀ। ਮੋਰ ਦੇ ਖੰਭ ਨੂੰ ਛੁਹਾ ਕੇ ਸੱਜਰ ਸੂਈ ਗਾਂ ਦੇ ਦੁੱਧ ਨਾਲ ਦਵਾਈ ਖਾਣੀ ਸੀ। ਉਹਦੇ ਦੱਸੇ ਸਭ ਓੜ ਪੋੜ ਕੀਤੇ, ਪਰ ਰੱਬ ਫੇਰ ਨਹੀਂ ਸੀ ਰੀਝਿਆ। ਵੇ ਸਰਦਾਰਾ, ਐਤਕੀਂ ਫੇਰ ਪੱਥਰ। ਇਹ ਮੇਰੀ ਸੱਸ ਦੇ ਬੋਲ ਸੀ ਜਿਹੜੇ ਹਸਪਤਾਲ ਪਈ ਨੇ ਮੈਂ ਸੁਣ ਲਏ ਸੀ। ਪੱਥਰ ਜੰਮਣ ਵਾਲੀ ਮੈਂ ਆਪ ਵੀ ਪੱਥਰ ਬਣ ਗਈ। ਨਨਾਣ ਦੁੱਧ ਧੋਣੀ ਕਰਕੇ ਚਲੀ ਗਈ ਸੀ। ਉਦੋਂ ਪਿੱਛੋਂ ਕੁੜੀ ਨੂੰ ਦੁੱਧ ਚੰਗਾਇਆ ਤਾਂ ਬਸ ਪਲਾ ਛੇਣਾ ਵਿੱਚ ਚਲਦੀ ਲੱਗੀ। ਹੁਣ ਕਈ ਵਾਰ ਮੈਨੂੰ ਲੱਗੂ ਇਹਨਾਂ ਮੇਰੀ ਧੀ ਜਾਣ ਬੁੱਝ ਕੇ ਮਾਰਤੀ। ਕੋਈ ਉਸ ਤੱਤੜੀ ਨੂੰ ਵੇਖਣ ਨਹੀਂ ਸੀ ਆਇਆ, ਪਰ ਸਾਰਾ ਸ਼ਰੀਕਾ ਹਿਰਖ ਕਰਨ ਜ਼ਰੂਰ ਪਹੁੰਚਿਆ ਸੀ ਤੇ ਉਦੋਂ ਮੇਰੀ ਨਨਾਣ ਨੇ ਕਿਹਾ ਸੀ, ਚੱਲ ਭਾਬੀ, ਜਿਹਦੀ ਦਾਤ ਸੀ ਉਹ ਲੈ ਗਿਆ। ਨਾਲੇ ਕਹਿੰਦੇ ਹੁੰਦੇ ਆ, ਕੁੜੀ ਦੀ ਕੁੜੀ ਮਰ ਗਈ, ਕੁੜੀ ਕੁੜੀਆਂ 'ਚ ਰਲ ਗਈ। ਹਿਰਖ ਕਰਨ ਆਈ ਵੀ ਮੁਆਤਾ ਲੱਗ ਗਈ। ਉਦੋਂ ਤੋਂ ਹੀ ਮੈਨੂੰ ਆਪਣੀ ਨਨਾਣ ਭੋਰਾ ਚੰਗੀ ਨਹੀਂ ਲੱਗਦੀ। ਉਂਝ ਵੀ ਜਦੋਂ ਆਊ ਕੋਈ ਨਾ ਕੋਈ ਕਲੇਸ਼ ਖੜਾ ਕਰਕੇ ਤੁਰਦੀ ਬਣੂ। ਨਿਰੀ ਕਲਹਿ ਦੀ ਮੁੱਢੀ। ਕਲਹਿ ਦੀ ਮੁੱਢੀ ਕੱਲ੍ਹ ਦੀ ਆ ਕੇ ਬੈਠੀ ਆ ਮੇਰੀ ਨਨਾਣ। ਸਾਰਾ ਟੱਬਰ ਉਹਦੇ ਗੋਡੇ ਮੁੱਢ ਬੈਠਾ ਹਿੜ ਹਿੜ ਕਰਨ ਡਿਆ। ਆਪਣਾ ਖਸਮ ਤਾਂ ਪੁੱਛਿਆ ਬਿਨਾਂ ਹਿੱਲਦਾ ਨਹੀਂ ਤੇ ਇੱਥੇ ਮੇਰੇ ਖਸਮ ਨੂੰ ਪਤਾ ਨਹੀਂ ਕੀ ਕੀ ਲਾਵਾਂ ਲੂਤੀ ਲਾਉਂਦੀ ਰਹਿੰਦੀ ਆ। ਤੇ ਉਹ ਵੀ ਜਦੋਂ ਭੈਣ ਆਈ ਹੋਵੇ ਮੇਰੇ ਤੇ ਫੋਕੇ ਫੈਂਟਰ ਚਲਾਈ ਜਾਊ। ਦੱਸਦਾ ਬਈ ਮੈਂ ਬੜੀ ਤੁੰਨ ਕੇ ਰੱਖੀ ਆ ਆਪਣੀ ਰੰਨ। ਹੁਣ ਵੀ ਉਹਦੇ ਗੋਡੇ ਮੁੱਢ ਜੁੜ ਕੇ ਬੈਠਾ ਤੇ ਉਹ ਵੀ ਗੱਲਾਂ ਭਾਵੇਂ ਮੇਰੇ ਖਸਮ ਨਾਲ ਕਰਨ ਡਈ ਹੋਵੇ, ਸੁਣਾਈਆਂ ਮੈਨੂੰ ਕਰਦੀ। ਵੇ ਵੀਰ, ਮੈਂ ਤਾਂ ਕਹਿੰਦੀ ਆ ਤੂੰ ਵੀ ਭੈਣੀ ਭਰਾਈ ਰਲੇ। ਆਪਣੇ ਘਰ ਬੈਠੀ ਦਾ ਵੀ ਧਿਆਨ ਤੇਰੇ 'ਚ ਰਹੂ। ਕਦ ਮੇਰਾ ਵੀਰ ਪੁੱਤ ਵਾਲਾ ਬਣੂ। ਜਿਵੇਂ ਦੀ ਮਾਂ ਉਸੇ ਤਰ੍ਹਾਂ ਦੀ ਨਿਕਲੀ ਧੀ। ਮੇਰੇ ਤੋਂ ਸ਼ੁਰੂ ਹੋਈ ਗੱਲ ਮੇਰੀ ਮਾਂ ਤੇ ਆ ਕੇ ਮੁੱਕ ਗਈ। ਅਸੀਂ ਵੀ ਦੋਵੇਂ ਭੈਣਾਂ ਜੂ ਸਾਂ। ਮੈਂ ਗੱਲ ਸੁਣੀ ਵੀ ਅਣਸੁਣੀ ਕਰ ਦਿੰਦੀ, ਸਭ ਦੀਆਂ ਢਿੱਡ 'ਚ ਪਾ ਲਈਆਂ। ਅੰਦਰੋਂ ਅੰਦਰੀ ਧੁਖਦੀ ਰਹਿੰਦੀ ਤੇ ਕਈ ਵਾਰ ਅੰਦਰੋਂ ਅੰਦਰੀ ਧੁਖਦੀ ਦਾ ਧੂੰਆਂ ਸਿਰ ਨੂੰ ਜਾ ਚੜ੍ਹਦਾ। ਸ਼ਰੀਕੇ 'ਚ ਵਿਆਹ ਆ ਗਿਆ। ਇਹ ਕਲਹਿ ਦੀ ਮੁੱਢੀ ਹਫ਼ਤਾ ਪਹਿਲਾਂ ਆ ਕੇ ਬਹਿ ਗਈ। ਅੱਜ ਤੋਂ ਚੁੱਲ੍ਹੇ ਨੇਂਦਾ। ਮੈਨੂੰ ਵੀ ਥੋੜ੍ਹਾ ਆਰਾਮ ਮਿਲ ਜੂ। ਉਂਝ ਪਹਿਲਾਂ ਪਹਿਲ ਕਦੇ ਸ਼ਰੀਕੇ 'ਚ ਵਿਆਹ ਆਉਂਦਾ ਤਾਂ ਮੇਰਾ ਚਾਹ ਸਾਂਭਿਆ ਨਾ ਜਾਂਦਾ।
ਹੁਣ ਤੇ ਬਸ ਬੰਨੀ ਰੁੱਧੀ ਜਾਂਦੀ ਆ। ਸਾਰਾ ਟੱਬਰ ਉੱਥੇ ਹੀ ਆ। ਗਿੱਧਾ ਪੈਣ ਲੱਗਾ ਤਾਂ ਮੈਂ ਘਰ ਆ ਗਈ। ਖੱਟ ਕੇ ਲਿਆਂਦੀਆਂ ਛਾਨਣੀਆਂ, ਪਰਾਂ ਮਰ ਦਿਓਰਾ ਵੇ ਰਾਤਾਂ ਚਾਨਣੀਆਂ। ਵਿਆਹ ਵਾਲੇ ਘਰੋਂ ਆਉਂਦੀ ਬੋਲੀਆਂ ਦੀ ਆਵਾਜ਼ ਮੈਨੂੰ ਪਰੇਸ਼ਾਨ ਕਰਨ ਡਈ ਆ। ਹੁਣ ਗਿੱਧੇ ਦਾ ਪਿੜ ਵੇਖ ਕੇ ਮੈਂ ਤ੍ਰਹਿ ਜਾਂਦੀ ਆ। ਕਦੇ ਪੂਰੇ ਪਿੰਡ ਵਿੱਚ ਮੇਰਾ ਗਿੱਧਾ ਮਸ਼ਹੂਰ ਸੀ। ਤੀਆਂ 'ਚ ਵਿਆਹ ਦੇ ਮੌਕੇ ਮੈਂ ਗਿੱਧਾ ਪਾਉਂਦੀ ਨਾ ਥੱਕਦੀ। ਦੋ ਧਿਰਾਂ ਬਣਾ ਕੇ ਅਸੀਂ ਆਪੋ ਆਪਣੀ ਵਾਰੀ ਲਾਉਣ ਬਹਿ ਜਾਂਦੀਆਂ। ਹਾਰਨ ਲੱਗਣਾ ਤਾਂ ਮੈਂ ਕੋਈ ਝੂਠੀ ਮੂਠੀ ਬੋਲੀ ਘੜ ਲੈਣੀ। ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਦਾ ਹੁੰਦਾ। ਉਹ ਦਿਨ ਪਤਾ ਨਹੀਂ ਕਿੱਥੇ ਛਿਪਣ ਹੋ ਗਏ। ਸਲਾਈਆਂ 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 ਰੌਣਕ ਗਿੱਧਿਆਂ ਦੀ ਨਣਦਾਂ ਤੇ ਭਰਜਾਈਆਂ। ਉਦੋਂ ਵੀ ਮੈਂ ਇਹੋ ਜਿਹੀ ਬੋਲੀ ਪਾ ਕੇ ਹਟੀ ਸੀ। ਉਦੋਂ ਹੀ ਇਸੇ ਘਰ ਸ਼ਰੀਕਣੀਆਂ ਜੁੜੀਆਂ ਸੀ। ਮੈਂ ਆਪਣੀ ਵਾਰੀ ਲਾ ਹਟੀ ਸੀ। ਇਸ ਕਲਹਿ ਦੀ ਮੁੱਢੀ ਮੇਰੀ ਨਨਾਣ ਨੇ ਗਿੱਧੇ ਦੇ ਪਿੜ ਵਿੱਚ ਮੈਨੂੰ ਖਿਲਾਰ ਕੇ ਬੋਲੀ ਪਾਈ ਸੀ। ਸੱਤ ਦੇ ਬਚਨ ਵਿੱਚ ਪੁੜੀਆਂ, ਸੱਤ ਦੇ ਬਚਨ ਵਿੱਚ ਪੁੜੀਆਂ, ਅਸਾਂ ਤੈਨੂੰ ਨਹੀਂਓ ਰੱਖਣਾ ਤੇਰੀ ਨਾੜ ਨਾੜ ਵਿੱਚ ਕੁੜੀਆਂ। ਇਹ ਬੋਲੀ ਸੁਣ ਕੇ ਮੈਨੂੰ ਧਰਤ ਨੇ ਵੇਲ ਨਾ ਦਿੱਤੀ। ਸਾਰਾ ਸਰੀਰ ਝੂਠਾ ਪੈ ਗਿਆ ਸੀ। ਐਵੇਂ ਦੋ ਕੁ ਗੇੜੇ ਲਾਏ। ਸਾਰੀਆਂ ਸ਼ਰੀਕਣੀਆਂ ਚੁੰਨੀਆਂ ਮੂੰਹ ਅੱਗੇ ਦੇ ਹੱਸਣ। ਸਾਰੇ ਸ਼ਰੀਕੇ ਵਿੱਚ ਸੋਹਣੀ ਸੁਨੱਖੀ ਮੈਂ ਉਸੇ ਵੇਲੇ ਪੀਲੀ ਭੂਕ ਬਣ ਗਈ ਸੀ। ਨਨਾਣ ਦੀ ਪਾਈ ਬੋਲੀ ਨੇ ਮੈਨੂੰ ਇਹੋ ਜਿਹੀ ਬੋਲੀ ਮਾਰੀ ਤੇ ਮੈਂ ਬੋਲੀਆਂ ਪਾਉਣੀਆਂ ਭੁੱਲ ਗਈ। ਉਹ ਦਿਨ ਜਾਵੇ ਤੇ ਆਹ ਦਿਨ ਆਵੇ। ਮੈਂ ਕਦੇ ਨਹੀਂ ਗਿੱਧੇ ਵਿੱਚ ਵੜੀ। ਕਈ ਵਾਰ ਸੋਚੂੰ ਚੱਲ ਛੱਡ ਮਨਾ, ਜਿੱਥੇ ਇੰਨੀਆਂ ਢਿੱਡ 'ਚ ਪਾ ਲਈਆਂ ਉੱਥੇ ਇਹ ਵੀ ਸਹੀ, ਪਰ ਮੈਂ ਗਿੱਧਾ ਪੈਂਦਾ ਨਹੀਂ ਵੇਖ ਸਕਦੀ। ਮੈਨੂੰ ਇਉਂ ਲੱਗੂ ਜਿਵੇਂ ਇਹ ਸਾਰੀਆਂ ਸ਼ਰੀਕਣੀਆਂ ਰਲ ਮਿਲ ਕੇ ਮੇਰਾ ਮਜ਼ਾਕ ਉਡਾਉਣ ਲੱਗੀਆਂ ਹੋਣ। ਬਾਹਰ ਖੜਕਾ ਹੋਇਆ। ਮਾਵਾਂ ਧੀਆਂ ਆ ਗਈਆਂ ਲੱਗਦੀਆਂ। ਕਿੱਦਾਂ ਹਿੜ-ਹਿੜ ਕਰਨ ਡਈਆਂ। ਉਹਨਾਂ ਦਾ ਹਾਸਾ ਮੇਰੇ ਸਿਰ ਵਿੱਚ ਹਥੌੜੇ ਵਾਂਗ ਵੱਜਣ ਲੱਗਾ। ਜੀਅ ਕਰਦਾ ਇਸ ਕਲਹਿ ਦੀ ਮੁੱਢੀ ਨੂੰ ਗੋਤੋਂ ਫੜ ਲਵਾਂ, ਪਰ ਮੈਂ ਇੰਜ ਦਾ ਕੁਝ ਨਹੀਂ ਸੀ ਕਰ ਸਕਦੀ। ਬਾਹਰੋਂ ਆਉਂਦਾ ਹਾਸਾ, ਡੀਜੇ 'ਤੇ ਲੱਗੀਆਂ ਬੋਲੀਆਂ ਦੇ ਸ਼ੋਰ ਨਾਲ ਮੇਰਾ ਸਿਰ ਭਾਰਾ ਹੋਣ ਲੱਗਾ। ਮੈਨੂੰ ਪਤਾ ਨਹੀਂ ਕੀ ਹੁੱਲ ਕੁੱਦੀ, ਟੋਕਰੇ 'ਚ ਪਏ ਸਾਰੇ ਭਾਂਡਿਆਂ ਨੂੰ ਮੈਂ ਜ਼ਮੀਨ 'ਤੇ ਵਗਾਹ ਮਾਰਿਆ। ਨੀ ਕੀ ਚੰਨ ਚਾੜਿਆ ਈ ਅੰਦਰ, ਭਾਂਡੇ ਹੱਥੋਂ ਛੁੱਟ ਗਏ ਬੀਜੀ। ਨੀ ਬੁੰਨੀਏ, ਤੈਨੂੰ ਸਾਰੀ ਉਮਰ ਅਕਲ ਨਾ ਆਈ। ਧਿਆਨ ਪਤਾ ਨਹੀਂ ਕਿੱਥੇ ਲੱਗਾ ਰਹਿੰਦਾ ਤੇਰਾ। ਚੰਗੀ ਭਲੀ ਅਕਲ ਵਾਲੀ ਮੈਂ ਇਸ ਘਰ ਵਿੱਚ ਆ ਕੇ ਬੁੰਨੀ ਬਣ ਗਈ। ਇਹ ਬੁੱਢੜੀ ਮੈਨੂੰ ਬੁੰਨੀ ਤੋਂ ਸਿਵਾ ਕੂੰਦੀ ਨਹੀਂ। ਮੈਨੂੰ ਸਭ ਪਤਾ। ਬਾਹਰ ਬੈਠੀਆਂ ਮਾਵਾਂ ਧੀਆਂ ਮੇਰੇ ਗੁੱਡੇ ਬੰਨਣ ਡਈਆਂ ਤੇ ਮੈਂ ਰਸੋਈ ਵਿੱਚ ਡਿੱਗੇ ਭਾਂਡਿਆਂ ਨੂੰ ਫਿਰ ਥਾਂ ਸਿਰ ਟਿਕਾ ਦਿੱਤਾ। ਅਜੇ ਤੱਕ ਮੇਰਾ ਘਰ ਵਾਲਾ ਨਹੀਂ ਬੌੜਿਆ। ਪੀਣ ਡੱਫਣ ਬਹਿ ਗਿਆ ਹੋਊ ਕਿਤੇ। ਬਾਹਰ ਭਾਵੇਂ ਇਸ ਚੰਡਾਲ ਚੌਂਕੜੀ ਤੋਂ ਡਰਦਾ ਮੇਰੀ ਸੁਣੇ ਗਿਣੇ ਨਾ, ਅੰਦਰ ਵੜਦਾ ਮੇਮਣਾ ਜਿਹਾ ਬਣ ਜੂ। ਆਪ ਗਵਾਈਏ ਤਾਂ ਸਹੁ ਪਾਈਏ। ਮੇਰੀਆਂ ਲਾਵਾਂ ਹੋਣ ਤੋਂ ਬਾਅਦ ਗੁਰਦੁਆਰੇ ਦੇ ਭਾਈ ਨੇ ਤੁਕ ਦੁਹਰਾਈ, ਆਪ ਗਵਾਈਏ ਤਾਂ ਸਹੁ ਪਾਈਏ, ਤੇ ਇਸ ਤੁਕ ਦਾ ਅਰਥ ਕਰਦਿਆਂ ਉਸ ਆਖਿਆ ਸੀ, ਗ੍ਰਹਿਸਥ ਜੀਵਨ ਵਿਚਲਾ ਸਹੁ ਪਤੀ ਹੈ। ਪਤੀ ਨੂੰ ਪਾਉਣ ਲਈ ਆਪਣੀ ਹਉਮੈ ਮਾਰਨੀ ਪੈਂਦੀ ਹੈ। ਨਿਤਨੇਮਣ ਮੇਰੀ ਮਾਂ ਉਹ ਵੀ ਕਹਿੰਦੀ ਹੁੰਦੀ ਸੀ, ਧੀਏ ਆਪਾਂ ਗਵਾ ਕੇ ਪਤੀ ਪਰਮੇਸ਼ਵਰ ਨੂੰ ਪਾਈਦਾ। ਡਰਪੋਕ ਸੀ ਉਹ। ਧੀਆਂ ਦੀ ਮਾਂ ਜੋ ਸੀ। ਮੈਨੂੰ ਪਤਾ ਨਹੀਂ ਕੀ ਕੁਝ ਸਮਝਾ ਛੱਡਿਆ। ਪਹਿਲੇ ਸਾਲ ਤਾਂ ਮੈਂ ਫੇਰ ਵੀ ਕਦੇ ਕਦਾਈਂ ਵਿਟਰ ਜਾਂਦੀ ਸੀ, ਪਰ ਜਦੋਂ ਪਹਿਲੀ ਕੁੜੀ ਹੋਈ ਤਾਂ ਘਰਦਿਆਂ ਦੇ ਹਾਲਾਤ ਵੇਖ ਕੇ ਮੈਂ ਵੀ ਮਾਂ ਵਰਗੀ ਬਣ ਗਈ। ਫੂਕ ਫੂਕ ਕੇ ਕਦਮ ਰੱਖਣ ਵਾਲੀ, ਤੇ ਸਾਰੇ ਟੱਬਰ ਨੇ ਮੇਰੇ ਤੇ ਛੱਪਾ ਪਾ ਲਿਆ। ਇੱਕ ਮਾੜਾ ਮੋਟਾ ਬੰਦੇ ਦਾ ਆਸਰਾ। ਕਈ ਵਾਰੀ ਜੀਅ 'ਚ ਆਊ ਆਪਾਂ ਗਵਾ ਕੇ ਵੀ ਕਿਤੇ ਬੰਦਾ ਜਿੱਤ ਹੋਇਆ। ਕਮਰੇ ਦੇ ਮੂੰਹ ਨੂੰ ਕੀ ਕਰਨਾ, ਜੋ ਕਦੇ ਬਾਹਰ ਮੇਰੀ ਧਿਰ ਨਹੀਂ ਬਣਦਾ। ਜੀਤਾਂ, ਬੂਹਾ ਖੋਲ। ਸੌਂ ਗਈ ਸੀ ਤੂੰ? ਹੋਰ ਤੈਨੂੰ ਡੀਕਦੀ ਰਹਿੰਦੀ। ਨਾਲੇ ਤੇਰਾ ਵਿਆਹ ਹੁਣ ਖਤਮ ਹੋਇਆ। ਭਾਗਵਾਨੇ, ਪਤੀ ਪਰਮੇਸ਼ਵਰ ਨਾਲ ਇੰਜ ਤੱਤੇ ਨਹੀਂ ਹੋਈਦਾ। ਰਾਤ ਦਾ ਵੇਲਾ, ਕੋਈ ਚੰਗੀ ਜਿਹੀ ਗੱਲ ਕਰ। ਰਾਤ ਨੂੰ ਤੈਨੂੰ ਮੈਂ ਚੇਤੇ ਆ ਗਈ। ਸਾਰਾ ਦਿਨ ਤੇ ਦੀਦੀ ਨਹੀਂ ਤੈਨੂੰ। ਗੱਲ ਸੁਣ, ਹੋਰ ਤੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਰਵਾਂ। ਹੁਣ ਐਵੇਂ ਖਾਧੀ ਪੀਤੀ 'ਚ ਹੱਥ ਨਾ ਲਾਈ ਮੈਨੂੰ। ਕਿਉਂ ਸੌਰੀ ਦੀਏ, ਤੂੰ ਮੇਰੀ ਰੰਨ ਨਹੀਂ? ਪੀ ਡੱਫ ਕੇ ਰੰਨ ਦਿਸਣ ਲੱਗ ਪਈ। ਕਦੇ ਦਿਲ ਦੀ ਗੱਲ ਕੀਤੀ ਉਹ ਮੇਰੇ ਨਾਲ? ਐਵੇਂ ਕਿਉਂ ਮੱਚੀ ਜਾਂਦੀ ਆ? ਚੱਲ ਲਿਆ ਦਿਲ ਦਿਖਾ। ਦਿਲ ਦਿਖਾਏਂਗੀ ਤਾਂ ਦਿਲ ਦੀ ਗੱਲ ਕਰੂੰ। ਸ਼ਰਾਬ ਪੀਤੀ 'ਚ ਵੇਖਾਂ ਕਿੱਡੀਆਂ ਕਹਿਤਾਂ ਆਉਂਦੀਆਂ। ਮੈਨੂੰ ਨਹੀਂ ਤੇਰੀ ਪੀਣੀ ਚੰਗੀ ਲੱਗਦੀ। ਜਾਂ ਸ਼ਰਾਬ ਛੱਡ ਦੇ ਜਾਂ ਮੈਨੂੰ ਛੱਡ ਦੇ। ਸੌਰੀ ਦੀਏ, ਤੁਸੀਂ ਦੋਵੇਂ ਬੜੀਆਂ ਚੰਗੀਆਂ। ਨਾ ਤੈਨੂੰ ਛੱਡਣਾ, ਨਾ ਸ਼ਰਾਬ ਨੂੰ ਛੱਡਣਾ। ਇਹਨਾਂ ਆਖ ਉਸ ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਮੈਂ ਵੀ ਆਪਣੇ ਮਨ ਆਈਆਂ ਕਹਿ ਦਿੱਤੀਆਂ। ਵੇਖ, ਇੱਕ ਤੇਰਾ ਹੀ ਆਸਰਾ ਇਸ ਪੂਰੇ ਘਰ ਵਿੱਚ। ਮਾਵਾਂ ਧੀਆਂ ਮੇਰਾ ਸਾਰਾ ਦਿਨ ਕੁੱਤੇ ਖਾਣੀ ਕਰਦੀਆਂ ਰਹਿੰਦੀਆਂ। ਮੇਰਾ ਵੀ ਜੀਅ ਕਰਦਾ ਤੂੰ ਕਦੇ ਤਾਂ ਮੇਰੇ ਹੱਕ 'ਚ ਖਲੋਵੇਂ। ਇੱਧਰ ਵੇਖ, ਮੇਰੀ ਗੱਲ ਸੁਣ। ਮੈਂ ਕਿਹੜਾ ਸੌਖਾ?
ਜਣਾ ਖਣਾ ਗੱਲ ਕਰਕੇ ਆ ਜਾਂਦਾ। ਪਰਸੋਂ ਲੰਬੜਾਂ ਦਾ ਮੀਤਾ ਕਹਿੰਦਾ, ਕਿਹਦੇ ਵਾਸਤੇ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਇਹ ਗੱਲ ਸੁਣ ਕੇ ਮੈਨੂੰ ਆਪਣੇ ਖਸਮ 'ਤੇ ਤਰਸ ਜਿਹਾ ਆਇਆ ਤੇ ਉਹ ਮੇਰੀ ਹਿੱਕ ਨਾਲ ਡਰੇ ਨਿਆਣੇ ਵਾਂਗੂ ਚਿੰਬੜ ਗਿਆ। ਬਸ ਇੱਕ ਮੁੰਡਾ ਦੇ ਦੇ, ਫਿਰ ਵੇਖੀ ਕਿਵੇਂ ਨੇਰੀਆਂ ਲਿਆਉਂਦਾ। ਉਹ ਮੁੰਡਾ ਮੰਗਦਾ ਮੰਗਦਾ ਉੱਥੇ ਪਹੁੰਚ ਗਿਆ ਸੀ ਜਿੱਥੇ ਸਭ ਰੋਸੇ ਖਤਮ ਹੋ ਜਾਂਦੇ ਨੇ। ਪਤਾ ਨਹੀਂ ਕਿੰਨੀਆਂ ਮੇਰੀ ਕੁੱਖੇ ਪਈਆਂ ਤੇ ਕਿੰਨੀ ਵਾਰ ਮੈਥੋਂ ਗੁਨਾਹ ਹੋਇਆ। ਕਈ ਵਾਰ ਸੋਚੂੰ ਕਿ ਉਹਨਾਂ ਕੁੱਖੇ ਪਈਆਂ ਦਾ ਸਰਾਪ ਲੱਗਾ ਮੈਨੂੰ। ਮਾੜੇ ਹੱਥੀਂ ਸਫਾਈ ਕਰਾ ਲਈ, ਫਿਰ ਕੁੱਖ ਨਹੀਂ ਨਿੰਮੀ। 2 ਸਾਲ ਹੋ ਗਏ। ਮੈਨੂੰ ਚੰਗਾ ਚੇਤਾ ਜਦ ਆਖਰੀ ਵਾਰ ਸਫਾਈ ਕਰਾਈ ਸੀ। 3 ਮਹੀਨਿਆਂ ਬਾਅਦ ਟੈਸਟ ਕਰਾਇਆ, ਫਿਰ ਕੁੜੀ ਨਿਕਲੀ। ਡਾਕਟਰਨੀ ਨੇ ਅੰਦਰ ਦਵਾਈ ਰੱਖ ਘਰ ਭੇਜ ਦਿੱਤਾ ਸੀ। ਸਾਰੀ ਵਾਟੇ ਢਿੱਡ 'ਤੇ ਹੱਥ ਰੱਖ ਕੇ ਰੋਂਦੀ ਰਹੀ ਸੀ। ਮੈਨੂੰ ਲੱਗਾ ਜਿਵੇਂ ਕੋਈ ਬੋਟ ਮੇਰੇ ਅੰਦਰ ਤੜਫ ਤੜਫ ਕੇ ਮਰ ਰਿਹਾ ਸੀ, ਪਰ ਮੈਂ ਕੁਝ ਨਹੀਂ ਸੀ ਕਰ ਸਕਦੀ। 3 ਘੰਟੇ ਬਾਅਦ ਫਿਰ ਹਸਪਤਾਲ ਗਏ। ਸਫਾਈ ਕਰਨ ਤੋਂ ਬਾਅਦ ਨਰਸ ਨੇ ਲਿਫਾਫੇ ਵਿੱਚ ਲਪੇਟ ਸਭ ਕੁਝ ਫੜਾਉਂਦਿਆਂ ਕਿਹਾ ਸੀ, ਇਹਨੂੰ ਭਾਵੇਂ ਵਗਦੇ ਪਾਣੀ ਵਿੱਚ ਵਹਾ ਦੇਵੋ ਜਾਂ ਫਿਰ ਟੋਆ ਕੱਢ ਕੇ ਨੱਪ ਦੇਵੋ। ਲਿਫਾਫਾ ਮੇਰੇ ਹੱਥ ਵਿੱਚ ਸੀ। ਮੈਂ ਉਸ ਲਿਫਾਫੇ ਵਿੱਚ ਪਈਆਂ ਆਪਣੀਆਂ ਹੀ ਆਂਦਰਾਂ ਟੋਈਆਂ ਅਤੇ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, ਨਿਕਰਮਣ। ਨਹਿਰ ਆਈ, ਕਾਰ ਰੁਕ ਗਈ। ਸਾਡੀਆਂ ਰੰਨ ਖਸਮ ਦੀਆਂ ਅੱਖਾਂ ਸਿੱਲੀਆਂ ਸਨ। ਉਹਨੇ ਬਗੈਰ ਕੁਝ ਕਿਹਾ ਮੈਥੋਂ ਲਿਫਾਫਾ ਫੜਿਆ ਅਤੇ ਨਹਿਰ ਵਿੱਚ ਸੁੱਟ ਦਿੱਤਾ। ਕਹਿੰਦੇ ਹੁੰਦੇ ਆ, ਸੂ ਨਾਲੋਂ ਚੂ ਮਾੜੀ। ਸਾਰਾ ਸਰੀਰ ਟੁੱਟਦਾ ਜਾਂਦਾ ਸੀ ਤੇ ਅੱਗੋਂ ਸੱਸ ਤੱਤੀਆਂ ਠੰਡੀਆਂ ਸੁਣਾਉਣ ਬਹਿ ਗਈ। ਉਦੋਂ ਮੈਂ ਇਸ ਟੱਬਰ ਦੀਆਂ ਕਈ ਵਧੀਕੀਆਂ ਝੱਲ ਲਈਆਂ, ਭੋਰਾ ਦਿਲ 'ਤੇ ਨਾ ਲਾਈ। ਪਰ ਹੁਣ ਇਸ ਟੱਬਰ ਦੀ ਨਿੱਕੀ ਨਿੱਕੀ ਜਿਹੀ ਗੱਲ ਦਿਲ 'ਤੇ ਬਹਿ ਜਾਂਦੀ ਆ। ਹਵੇਲੀ 'ਚੋਂ ਧਾਰਾਂ ਕੱਢ ਕੇ ਆਈਆਂ। ਸੱਸ ਮੈਨੂੰ ਇਸ਼ਾਰੇ ਨਾਲ ਦੂਜੇ ਕਮਰੇ ਵਿੱਚ ਲੈ ਗਈ। ਕਿਸੇ ਨੇ ਸਿਆਣੇ ਦੀ ਦੱਸ ਪਾਈ ਆ, ਬੜੀ ਕਰਨੀ ਵਾਲਾ ਸਾਧ ਦੱਸੀਦਾ, ਬੜੀਆਂ ਰਿੱਧਿਆਂ ਸਿੱਧਿਆਂ ਦਾ ਮਾਲਕ। ਆ ਜਿਹੜਾ ਤੇਰੇ ਨੁਕਸ ਪੈ ਗਿਆ, ਉਹ ਵੀ ਉਹਨੇ ਠੀਕ ਕਰ ਦੇਣਾ। ਮੈਂ ਚੁੱਪਚਾਪ ਸਭ ਕੁਝ ਸੁਣਦੀ ਰਹੀ ਤੇ ਮੁੰਡਾ ਲੈਣ ਲਈ ਉਸ ਸਾਧ ਦੀ ਚੌਂਕੀ ਜਾ ਬੈਠੀ। ਮੈਂ ਤੇ ਮੇਰੀ ਸੱਸ ਸਾਧ ਦੇ ਕਮਰੇ ਵਿੱਚ ਸਾਂ। ਸਾਧ ਦੀਆਂ ਲਾਲ ਸੁਰਖ ਅੱਖਾਂ ਤੋਂ ਮੈਨੂੰ ਖੌਫ ਜਿਹਾ ਆਇਆ, ਪਰ ਫਿਰ ਸੰਭਲ ਗਈ। ਸਾਧ ਨੇ ਇੱਕ ਟਿਕ ਨੀਝ ਨਾਲ ਮੈਨੂੰ ਵੇਖਿਆ ਤੇ ਕਹਿਣ ਲੱਗਾ, हे नारी, तुम्हारी कोख को किसी ने बांध रखा है और इससे मुक्त होने के लिए उपाय करना होगा। ਫਿਰ ਉਹ 40 ਨਾਗ ਨਾਗਣੀ ਦੇ ਜੋੜੇ ਮੇਰੇ ਹੱਥ ਫੜਾਉਂਦਿਆਂ ਸਮਝਾਉਣ ਲੱਗਾ, हे नारी, प्रतिदिन एक जोड़े को शिवलिंग के साथ चक्कर लगाकर जल में प्रवाह करना है और अंतिम जोड़े को जल प्रवाह करने के तुरंत बाद इस कमरे में अकेले आना है। 40 ਦਿਨਾਂ ਬਾਅਦ ਮੈਂ ਉਹਦੇ ਕਮਰੇ ਵਿੱਚ ਇਕੱਲੀ ਗਈ। ਹਿੰਗ ਨਸਵਾਰ ਤੇ ਧੂਫ ਦਾ ਰਲਦਾ ਮਿਲਦਾ ਧੂੰਆਂ ਮੇਰੇ ਸਿਰ ਨੂੰ ਚੜ੍ਹਨ ਲੱਗਾ। ਨਾਗ ਨਾਗਣੀ ਦੀ 40 ਜੋੜੇ ਖਤਮ ਹੋ ਚੁੱਕੇ ਸਨ ਤੇ ਸਾਧ ਦੇ ਕਹੇ ਮੁਤਾਬਕ ਮੈਂ ਸ਼ਿਵਲਿੰਗ ਦੁਆਲੇ 7 ਚੱਕਰ ਲਾਏ। ਆਖਰੀ ਚੱਕਰ ਤੋਂ ਬਾਅਦ ਸਾਧ ਨੇ ਨਾਗ ਬਣ ਕੇ ਮੈਨੂੰ ਥਾਂ ਥਾਂ ਤੋਂ ਡੰਗ ਲਿਆ ਸੀ ਅਤੇ ਮੈਂ ਉਸ ਡੰਗ ਨੂੰ ਅੰਦਰੋਂ ਅੰਦਰੀ ਚੀਰਦੀ ਘਰ ਪਹੁੰਚ ਗਈ। ਘਰ ਆ ਕੇ ਮੈਂ ਮਲ ਨਹਾਉਂਦੀ, ਪਰ ਮੇਰੇ ਸਰੀਰ ਵਿੱਚੋਂ ਹਿੰਗ ਨਸਵਾਰ ਦੀ ਗੰਦੀ ਜਿਹੀ ਬੋ ਆਉਂਦੀ ਰਹਿੰਦੀ। ਜਦ ਮੇਰਾ ਘਰ ਵਾਲਾ ਮੇਰੇ ਕੋਲ ਆਉਂਦਾ ਤਾਂ ਮੈਨੂੰ ਅਲਕਤ ਜਿਹੀ ਆਉਂਦੀ, ਐਵੇਂ ਕੋਈ ਨਾ ਕੋਈ ਬਹਾਨਾ ਘੜ ਲੈਂਦੀ। ਤੇ ਹੁਣ ਉਹ ਕਦੀ ਮੇਰੇ ਨੇੜੇ ਨਹੀਂ ਆਇਆ। ਪਤਾ ਨਹੀਂ ਕੀ ਪੱਟੀਆਂ ਪੜ੍ਹਾਈਆਂ ਰਲ ਮਿਲ ਮਾਵਾਂ ਧੀਆਂ ਨੇ। ਉਹ ਨਿਰਮੋਇਆ ਹੋ ਗਿਆ। ਹੁਣ ਤਾਂ ਘਰ ਵੀ ਵੱਢ ਵੱਢ ਖਾਂਦਾ। ਦੁਰਪੱਟਾ ਵਾਂਗੂ ਪਈ ਫਿਰਦੀ ਆਂ। ਮੈਨੂੰ ਤਾਂ ਢਿੱਡ ਦਾ ਦੁੱਖ ਲੈ ਕੇ ਬਹਿ ਗਿਆ। ਆਂਦਰਾਂ ਦੇ ਰੁੱਗ ਭਰ ਜਾਂਦੇ। ਢਿੱਡ ਦੇ ਹੌਕੇ ਦਿਮਾਗੀ ਅਸਰ ਕਰ ਗਏ। ਰਹਿੰਦੀ ਖੁੰਦੀ ਕਸਰ ਮੇਰੇ ਖਸਮ ਨੇ ਪੂਰੀ ਕਰਤੀ। ਲਾਗੋਂ ਦੀ ਇੰਜ ਲੰਘ ਜੂ ਜਿਵੇਂ ਜਾਣਦਾ ਹੀ ਨਹੀਂ ਹੁੰਦਾ। ਮੈਂ ਹੀ ਢੀਠ ਜਿਹੀ ਬਣ ਬੁਲਾਇਆ, ਬੰਦਿਆ, ਮੇਰੇ ਨਾਲ ਏਦੋਂ ਵੱਧ ਕੀ ਹੋ ਜੂ? ਮੇਰਾ ਕਸੂਰ ਤਾਂ ਦੱਸ। ਤੇ ਉਹ ਅੱਗੋਂ ਭਬਕ ਕੇ ਪੈ ਗਿਆ। ਕੁੜੀ ਤੇ ਕੁੜੀ ਸੁੱਟੀ ਜਾਂਦੀਆਂ ਤੇ ਅੱਗੋਂ ਕੋਈ ਆਸ ਨਹੀਂ ਤੇ ਅਜੇ ਕਸੂਰ ਪੁੱਛਦੀ ਆਂ। ਉਹ ਮੇਰਾ ਕਸੂਰ ਦੱਸ ਲਾਂਬੇ ਹੋ ਗਿਆ ਤੇ ਮੈਂ ਸੁੰਨ ਜਿਹੀ ਹੋ ਕਿੰਨਾ ਚਿਰ ਉੱਥੇ ਹੀ ਖਲੋਤੀ ਰਹੀ। ਇਹ ਸਾਰਾ ਟੱਬਰ ਤਾਂ ਮੇਰੇ ਮੱਥੇ ਕਸੂਰ ਮੜ ਕੇ ਸੁਰਖਰੂ ਹੋ ਰਿਹਾ ਤੇ ਮੈਂ ਕਿੱਥੇ ਜਾਵਾਂ? ਕਈ ਵਾਰੀ ਸੋਚੂੰ, ਇਹੋ ਜਿਹੇ ਜੀਣ ਖੁਣੋਂ ਕੀ ਥੁੜਿਆ, ਜਿੱਥੇ ਨਾ ਕੋਈ ਦਿਲ ਦੀ ਪੁੱਛਣ ਵਾਲਾ ਤੇ ਨਾ ਕੋਈ ਦਿਲ ਦੀ ਦੱਸਣ ਵਾਲਾ। ਫਿਰ ਭੋਰਾ ਜਿੰਨੀ ਕੁੜੀ ਦਾ ਮੋਹ ਮਾਰ ਜਾਂਦਾ। ਜੇ ਛੱਡ ਕੇ ਪੇਕੇ ਚਲੀ ਗਈ ਤਾਂ ਇਹਦੇ ਮੁਰੱਬਿਆਂ ਨੂੰ ਤਾਂ ਹੋਰ ਜੁੜ ਜਾਣਗੀਆਂ ਤੇ ਮੇਰੀ ਕੁੜੀ ਰਹਿ ਜੂ ਬਿਗਾਨੀਆਂ ਪਟੋਕੀਆਂ ਜੋਗੀ। ਕਹਿੰਦੇ ਹੁੰਦੇ ਆ, ਲਿਖੀਆਂ ਲੇਖ ਦੀਆਂ ਭੋਗ ਮਨਾਂ 'ਚ ਤਲਾ ਕੇ, ਪਰ ਧੀਆਂ ਦੇ ਲੇਖ ਹੀ ਕਿਉਂ ਮਾੜੇ ਲਿਖ ਦਿੰਦਾ ਰੱਬ। ਜਦ ਕੁਆਰੀ ਸੀ ਤਾਂ ਮਾਂ ਕਹਿੰਦੀ ਹੁੰਦੀ ਸੀ, ਸਾਊ ਘਰਾਂ ਦੀਆਂ ਧੀਆਂ ਇੰਜ ਨਹੀਂ ਕਰਦੀਆਂ, ਆਪਣੇ ਘਰ ਜਾ ਕੇ ਜੋ ਮਰਜ਼ੀ ਕਰਿਓ। ਕਈ ਵਾਰ ਸੋਚੂੰ, ਵਿਆਹ ਦੇ 5 ਸਾਲ ਬਾਅਦ ਵੀ ਨਾ ਇਹ ਘਰ ਆਪਣਾ ਬਣਿਆ ਤੇ ਨਾ ਕੋਈ ਮਰਜ਼ੀ ਪੁੱਗੀ।
ਪਰਸੋਂ ਕਿੰਨੇ ਦਿਨਾਂ ਬਾਅਦ ਉਹ ਮੇਰੇ ਕਮਰੇ ਵਿੱਚ ਆਇਆ ਸੀ ਆਪਣੀ ਲੋੜ ਲਈ। ਮੈਂ ਉਹਦੀਆਂ ਅੱਖਾਂ ਵਿੱਚੋਂ ਬੇਗਾਨੀ ਔਰਤ ਲੱਭ ਲਈ ਸੀ। ਉਹਦੇ ਤਾਂ ਇਹ ਚੇਤੇ ਵੀ ਨਹੀਂ ਸੀ ਬਈ ਜਨਾਨੀ ਦੀ ਦੇਹ ਹੁੰਦੀ ਆ। ਕਈ ਵਾਰ ਦਿਲ ਕਰਦਾ ਉਹਨੂੰ ਆਖਾਂ, ਬੰਦਿਆ ਤੂੰ ਤਾਂ ਵੰਨ ਸਵੰਨੀਆਂ ਨਾਲ ਜੋੜ ਮੇਲਾ ਕਰ ਆਉਂਦੇ, ਮੈਂ ਕਿੱਥੇ ਜਾਵਾਂ। ਫਿਰ ਸੋਚਦੀ ਛੱਡ ਮਨਾ, ਜੇ ਦਿਲਾਂ ਦੀ ਸਾਂਝ ਨਹੀਂ ਤਾਂ। ਕੱਲ੍ਹ ਸਾਰੀ ਰਾਤ ਅੱਖਾਂ ਵਿੱਚ ਲੰਘ ਗਈ। ਤਦੇ ਹੁਣ ਸਿਰ ਭਾਰਾ ਜਿਹਾ ਹੋਣ ਡਿਆ। ਜੀ ਕਰਦਾ ਸਿਰ 'ਚ ਪਾਣੀ ਪਾ ਲਵਾਂ, ਪਰ ਅੱਜ ਤਾਂ ਸ਼ਨਿੱਚਰਵਾਰ ਆ। ਕਹਿੰਦੇ ਹੁੰਦੇ ਆ ਸ਼ੁੱਕਰ ਛੱਡ ਸ਼ਨਿੱਚਰ ਨਾ ਆਪਣਾ ਗਰੋਹ ਪਤੀ 'ਤੇ ਪਾ। ਅੱਗੇ ਕੀ ਪਤਾ ਕਿਹੜਾ ਗਰੋਹ ਸਿਰ 'ਤੇ ਬੰਨੀ ਫਿਰਦਾ। ਰਸੋਈ 'ਚ ਬੰਨੀ ਰੁੱਤੀ ਚਾਹ ਬਣਾਉਣ ਡਈ ਆ। ਨੀ ਬੁੰਨੀਏ, ਚਾਹ ਰਿੱਝ ਕਮਲੀ ਹੋ ਗਈ, ਲਾਹ ਇਹਨੂੰ। ਮੈਂ ਚੁੱਪ ਚਪੀਤੇ ਪਤੀਲੀ ਲਾਹ ਦਿੱਤੀ। ਨੀ ਆ ਖੜਾਕਾ ਕਾਹਦਾ ਹੋਇਆ? ਬਗੈਰ ਕੋਈ ਜਵਾਬ ਦਿੱਤਿਆਂ ਮੈਂ ਵੀ ਸੱਸ ਦੇ ਪਿੱਛੇ ਹਵੇਲੀ ਵੱਲ ਹੋ ਤੁਰੀ। ਵੇ ਇਸ ਬੇਜ਼ੁਬਾਨ ਜੀ ਨੂੰ ਕਿਉਂ ਮਾਰਨ ਬਹਿ ਗਿਆ? ਮਾਰਾਂ ਨਾ ਤਾਂ ਹੋਰ ਕੀ ਕਰਾਂ, ਆਰਤੀ ਤਾਰਾਂ ਇਹਦੀ। ਫਿਰ ਖਾਲੀ ਨਿਕਲ ਆਈ ਸਹੁਰੀ ਦੀ। ਫੰਡਰ ਹੋ ਗਈ ਫੇਰ ਤਾਂ, ਸੁੱਟ ਪਰਾਂ ਇਹਨੂੰ। ਘਰ-ਬਾਰ ਫੰਡਰਾਂ ਨੂੰ ਥੋੜ੍ਹੀ ਸਾਂਭੀ ਜਾਣਾ। ਮੇਰੇ ਲਾਗੇ ਖਲੋਤੇ ਮਾਂ ਪੁੱਤ ਮੈਨੂੰ ਚੁਆਤੀਆਂ ਲਾਉਂਦੇ ਰਹੇ। ਅਗਲੇ ਪਲ ਮੈਨੂੰ ਸਾਰੇ ਵਿਹੜੇ ਵਿੱਚ ਫੰਡਰ ਮੱਝ ਦਿਸੀ ਜਾਵੇ। ਮੈਨੂੰ ਲੱਗਾ ਮੰਜੇ 'ਤੇ ਬੈਠੇ ਦੋਵੇਂ ਮਾਂ ਪੁੱਤ ਮੈਨੂੰ ਫੰਡਰ ਕਹਿ ਕੇ ਆਵਾਜ਼ਾਂ ਮਾਰਨ ਡਏ ਆ। ਮੈਂ ਉੱਚੀ ਸਾਰੀ ਚੀਕ ਮਾਰੀ। ਸ਼ੁਦਾਈਆਂ ਵਾਂਗਰ ਕਦੇ ਸੱਸ ਵੱਲ ਤੇ ਕਦੇ ਖਸਮ ਵੱਲ ਵੇਖ ਮੈਂ ਉਹ ਕਰੀ ਜਾਵਾਂ। ਮੇਰੇ ਸਰੀਰ 'ਤੇ ਮੇਰਾ ਵੱਸ ਨਾ ਰਿਹਾ। ਆਪਣੇ ਵਾਲ ਖੋਲ ਸੁੱਟੇ, ਛਾਤੀ ਪਿੱਟ ਲਈ। ਨੀ ਕੀ ਹੋਇਆ ਕੀ? ਕੁਝ ਤਾਂ ਬੋਲ। ਕਿਹਨੂੰ ਪਿੱਟਣ ਬਹਿ ਗਈ? ਨੀ ਕੌਣ ਦਿਸਦਾ? ਉਹ ਮੇਰੀਆਂ ਧੀਆਂ ਖਤਮ। ਮੈਂ ਆਪਣੇ ਮੂੰਹ 'ਤੇ ਚਪੇੜਾਂ ਮਾਰੀ ਜਾਵਾਂ। ਸੱਸ ਨੇ ਹੱਥ ਫੜਿਆ, ਖਸਮ ਨੇ ਬਾਂਹ ਮਰੋੜੀ, ਪਰ ਮੇਰੇ ਵਿੱਚ ਜ਼ੋਰ ਪਤਾ ਨਹੀਂ ਕਿੱਥੋਂ ਆ ਗਿਆ। ਆਪਣੇ ਆਪ ਨੂੰ ਛੁਡਾ ਮੈਂ ਬਰਾਂਡੇ ਵਿੱਚ ਪਏ ਮੰਜੇ ਦੇ ਪਾਵੇ ਨਾਲ ਲੱਗ ਉੱਚੀ ਚੀਕਾਂ ਮਾਰੀ ਜਾਵਾਂ। ਮਨ ਦਾ ਗੁੱਬ ਘਰਾਟ ਨਿਕਲ ਗਿਆ, ਸਿਰ ਹੌਲਾ ਹੋ ਗਿਆ ਤੇ ਮੈਂ ਸਾਰੇ ਘਰ ਦੀ ਬੌਕਰ ਭਾਰੀ ਕਰਨ ਲੱਗ ਪਈ। ਸੱਸ ਮੇਰਾ ਹੱਥ ਹੌਲਾ ਕਰਾਉਣ ਲਈ ਮੈਨੂੰ ਸਾਧ ਦੀ ਚੌਂਕੀ ਲੈ ਗਈ। ਕਮਰਾ ਉਹੀ ਆ, ਪਰ ਸਾਧ ਉਹ ਨਹੀਂ। ਬਾਲਿਕਾ, ਕਿਆ ਦੁੱਖ ਹੈ ਤੁਝੇ? ਉਹਨੇ ਦੁੱਖ ਪੁੱਛਿਆ ਤਾਂ ਕਈ ਦਿਨਾਂ ਤੋਂ ਡੱਕੇ ਅਥਰੂ ਝਲਾਰਾ ਬਣ ਵਹਿ ਤੁਰੇ। तुम्हारे मन में जो भी विचार है उसे त्याग दो। तुम्हारी सुंदर काया को दीमक लगा है। अब इस बाबा की छोह से ये दीमक काया सोन काया में परिवर्तित होगी। ਸਾਰੀ ਦੁਨੀਆ ਤੋਂ ਪੈਰੀ ਹੱਥ ਲਵਾਉਣ ਵਾਲਾ ਬਾਬਾ ਮੇਰੇ ਪੈਰਾਂ ਨੂੰ ਚੁੰਮ ਚੱਟ ਰਿਹਾ ਸੀ ਤੇ ਉਸ ਬਾਬੇ ਨੇ ਮੇਰਾ ਹੱਥ ਹੌਲਾ ਕਰਦਿਆਂ ਮੈਨੂੰ ਵੀ ਹੌਲੀ ਫੁੱਲ ਕਰਤਾ। ਅੱਜ ਸਾਧ ਦੀ ਚੌਂਕੀ ਭਰਨੀ ਮੈਨੂੰ ਭੈੜੀ ਨਹੀਂ ਸੀ ਲੱਗੀ। ਜਦੋਂ ਦੀ ਚੌਂਕੀ ਭਰ ਕੇ ਆਈ ਆਂ, ਆਪਣਾ ਆਪ ਵੱਸ ਵਿੱਚ ਆ। ਅੱਜ ਤੜਕੇ ਤੁਰ ਗਏ ਘਰੋਂ ਸਾਰੇ। ਮੈਂ ਨਿਆਣੀ ਨਹੀਂ, ਸਭ ਸਮਝਦੀ ਆ ਇਹਨਾਂ ਦੀਆਂ। ਜੋ ਇਹਨਾਂ ਦੇ ਢਿੱਡ ਵਿੱਚ ਆ ਮੇਰੇ ਨਹੁੰਆਂ 'ਤੇ ਆ। ਖਸਮ ਭਾਵੇਂ ਹੁਣ ਮੈਨੂੰ ਕਿਸੇ ਗਿਣਤੀ ਵਿੱਚ ਨਹੀਂ ਰੱਖਦਾ, ਪਰ ਜਦੋਂ ਦੇ ਘਰੋਂ ਗਏ ਆ ਮੈਨੂੰ ਹੋਰ ਤਰ੍ਹਾਂ ਹੋਈ ਜਾਂਦਾ। ਇਹ ਘਰ ਖਾਣ ਨੂੰ ਪੈਂਦਾ। ਇਸ ਘਰ ਦੀ ਇੱਕ ਸ਼ੈ ਮੇਰਾ ਮੂੰਹ ਚੜਾਉਣ ਡਈ ਆ। ਕੰਧ 'ਤੇ ਲੱਗੀ ਸਾਡੇ ਦੋਵਾਂ ਜੀਆਂ ਦੀ ਫੋਟੋ ਵਿੱਚ ਕੋਈ ਤੀਜੀ ਆ ਕੇ ਬਹਿ ਗਈ। ਲੈ ਕੇ ਆਵੇ ਸਹੀ ਦੂਜੀ, ਸਾਰੇ ਟੱਬਰ ਨੂੰ ਥਾਣੇ ਲੈ ਕੇ ਭੁਗਤੂ। ਸਾਡੇ ਘਰ ਤਾਂ ਵਾਪਰ ਕੇ ਹਟਿਆ ਸੀ। ਤਾਏ ਦੇ ਇਹੋ ਜਿਹੇ ਕਾਰੇ ਕਰਕੇ ਚੰਗਾ ਰੋਲਿਆ ਸੀ ਤਾਈ ਨੇ। ਕਈ ਵਾਰ ਜੀ 'ਚ ਆਊ, ਨਵੀਂ ਲਿਆਉਣ ਕਰਕੇ ਮੇਰਾ ਚੱਜ ਨਾਲ ਇਲਾਜ ਨਹੀਂ ਕਰਾਉਂਦੇ। ਕਹਿੰਦੇ ਹੁਣੇ ਮਰ ਖੱਪ ਜਾਵੇ। ਸਕੂਲੋਂ ਆਈ ਕੁੜੀ ਨੂੰ ਮੈਂ ਬਾਹਾਂ ਵਿੱਚ ਘੁੱਟ ਲਿਆ ਤੇ ਆਪਣੀ ਤਸੱਲੀ ਲਈ ਪੁੱਛਿਆ, ਧੀਏ ਤੂੰ ਮੇਰੀ ਆ ਨਾ? ਉਹ ਉਂਝ ਹੀ ਸਹਿਮੀ ਜਿਹੀ ਮੇਰੇ ਨਾਲ ਲੱਗੀ ਰਹੀ। ਕੱਪੜੇ ਸੰਭਾਲਦੀ ਦੀ ਮੇਰੇ ਹੱਥ ਮਰੀ ਕੁੜੀ ਦਾ ਸਵੈਟਰ ਲੱਗ ਗਿਆ। ਐਵੇਂ ਹੀ ਮਨ ਵਿੱਚ ਆਇਆ, ਇਹੋ ਮੁੰਡਾ ਬਣ ਆ ਜਾਂਦੀ ਤਾਂ ਮੈਨੂੰ ਆਹ ਦਿਨ ਨਾ ਵੇਖਣੇ ਪੈਂਦੇ। ਤੇ ਫਿਰ ਕੰਮ ਕਰਦਿਆਂ ਮੇਰੀ ਅੱਖ ਲੱਗ ਗਈ। ਮੇਰੀਆਂ ਮੀਚੀਆਂ ਅੱਖਾਂ ਸਾਹਮਣੇ ਸੱਥਰ ਵਿਛ ਗਿਆ। ਸਾਰੇ ਮੈਨੂੰ ਰੋਣ ਡਏ ਆ। ਸੱਸ ਵੀ ਫਫੜੇ ਕਰਨ ਡਈ ਆ। ਮੇਰੀ ਮਾਂ ਨੇ ਉੱਚੀ ਦੇਣੀ ਵੈਣ ਪਾਇਆ, ਕਿਹੜੇ ਰਾਹੇ ਪੈ ਗਈ ਧੀਏ? ਮੰਦੇ ਪੈ ਗਏ ਤੈਨੂੰ ਸਹੇੜਨ ਵਾਲੇ, ਔਖੇ ਹੋ ਗਏ ਨੀ ਤੈਨੂੰ ਜੰਮਣ ਵਾਲੇ। ਮੈਂ ਤਰਬਕ ਕੇ ਉੱਠੀ। ਇਹ ਮੈਂ ਕੀ ਵੇਖਣ ਡਈ ਸੀ? ਆਪਣੇ ਆਪ ਨੂੰ ਹੱਥ ਲਾ ਕੇ ਟੋਇਆ। ਸਰੀਰ ਤਰੇਲਿਓ ਤਰੇਲੀ ਹੋ ਗਿਆ। ਲਾਗੇ ਸੁੱਤੀ ਕੁੜੀ ਨੂੰ ਇੰਨਾ ਘੁੱਟ ਕੇ ਛਾਤੀ ਨਾਲ ਲਾਇਆ ਕਿ ਉਹਦੀ ਚੀਕ ਨਿਕਲ ਗਈ। ਉਹ ਡਰਦੀ ਮੈਥੋਂ ਦੂਰ ਹੋ ਗਈ। ਮੇਰੇ ਸਿਰਹਾਣੇ ਪਿਆ ਮਰੀ ਕੁੜੀ ਦਾ ਸਵੈਟਰ ਮੇਰੀ ਝੋਲੀ ਆਣ ਪਿਆ ਤੇ ਮੇਰੇ ਮੂੰਹੋਂ ਵੈਣ ਪੈਣ ਲੱਗੇ। ਰੋਂਦੇ ਰਹਿ ਗਏ ਪੱਟ ਤੇ ਪਟੋਲੇ। ਉੱਠ ਕੇ ਵੇਖ ਨੀ ਧੀਏ, ਤੂੰ ਉੱਠ ਕੇ ਵੇਖ ਨੀ ਧੀਏ। ਉੱਚੀ ਦੇਣੀ ਮੇਰੀ ਭੁੱਬ ਨਿਕਲੀ, ਗੁੱਤ ਖੁੱਲ੍ਹ ਗਈ, ਸਿਰ ਹਿੱਲਣ ਲੱਗਾ। ਕਮਰੇ ਵਿੱਚ ਲੇਟਦੀ ਮੈਂ ਉਹ ਖਤਮ ਕਰੀ ਜਾਵਾਂ।
ਮੇਰੀ ਗੁਆਂਢਣ ਤੇ ਡਿਸਪੈਂਸਰੀ ਦੀ ਨਰਸ ਮੇਰੇ ਸਿਰਹਾਣੇ ਆਣ ਖੜੀਆਂ ਹੋਈਆਂ। ਨਰਸ ਨੇ ਟੀਕਾ ਲਾਇਆ ਤਾਂ ਮੇਰੀ ਸੁਰਤੀ ਕੰਮ ਕਰਨੋਂ ਹਟ ਗਈ। ਥੋੜ੍ਹੀ ਚਿਰਕੀ ਹੋਸ਼ ਆਈ। ਅੱਖ ਪੁੱਟੀ ਤਾਂ ਲਾਗੇ ਕੋਈ ਨਹੀਂ ਸੀ। ਬਾਹਰ ਗਈ ਤਾਂ ਕਿਸੇ ਨੇ ਨਹੀਂ ਪੁੱਛਿਆ ਕੀ ਹੋਇਆ। ਮੈਨੂੰ ਆਪਣਾ ਆਪ ਵਾਧੂ ਜਿਹਾ ਲੱਗਾ। ਐਵੇਂ ਅੱਖਾਂ ਭਰ ਆਈਆਂ ਤੇ ਫਿਰ ਆਪੇ ਪੂੰਝ ਲਈਆਂ। ਨੀ ਕੁੜੇ ਘਰੇ ਹੀ ਆ? ਹਾਂ ਚਾਚੀ, ਹੋਰ ਮੈਂ ਕਿੱਥੇ ਜਾ। ਆ ਜਾ। ਇਸ ਤੋਂ ਅੱਗੇ ਮੈਥੋਂ ਬੋਲ ਨਾ ਹੋਇਆ। ਐਵੇਂ ਦਿਲ ਹੌਲਾ ਨਹੀਂ ਕਰੀਦਾ। ਕੀ ਹਾਲ ਬਣਾ ਲਿਆ ਆਪਣਾ? ਚਾਚੀ ਕੀ ਕਰਾਂ, ਜਿਹਦਾ ਪੱਲਾ ਫੜ ਕੇ ਆਈ ਸਾਂ ਹੁਣ ਤੇ ਉਹਨੇ ਵੀ ਪੱਲਾ ਝਾੜ ਲਿਆ। ਧੀਏ, ਪੱਲੇ ਝਾੜਨੇ ਸੌਖੇ ਨਹੀਂ। ਤੇਰੀ ਮਰਜ਼ੀ ਬਗੈਰ ਇਹ ਕੁਝ ਨਹੀਂ ਕਰ ਸਕਦੇ। ਉਹ ਤੇ ਮੈਨੂੰ ਵੀ ਪਤਾ ਚਾਚੀ, ਮੇਰੇ ਤਾਂ ਪੇਕੇ ਘਰ ਇਹੋ ਜਿਹੇ ਕਾਰੇ ਹੋ ਹਟੇ। ਗੱਲ ਸੁਣ, ਤੂੰ ਡਿਸਪੈਂਸਰੀ ਜਾ। ਬੜੀ ਸਿਆਣੀ ਆ ਨਵੀਂ ਡਾਕਟਰਨੀ। ਨਾਲੇ ਧੀਏ, ਜੇ ਆਪਣੇ ਬਾਰੇ ਨਹੀਂ ਤਾਂ ਆਪਣੀ ਧੀ ਬਾਰੇ ਸੋਚ। ਚਾਚੀ ਚਲੀ ਗਈ ਸੀ ਤੇ ਮੈਨੂੰ ਸੋਚੀ ਲਾ ਗਈ। ਚਾਚੀ ਦੀ ਗੱਲ ਵੀ ਤਾਂ ਠੀਕ ਸੀ। ਜਿਹੜੇ ਹੁਣ ਨਹੀਂ ਭੋਰਾ ਜਿੰਨੀ ਕੁੜੀ ਨੂੰ ਵੇਖ ਸਿਖਾਉਂਦੇ, ਬਾਅਦ ਵਿੱਚ ਕੀ ਕਰਨਗੇ? ਨਾਲੇ ਮੈਂ ਕਿਉਂ ਮਰਾਂ? ਇਹ ਸਾਰਾ ਟੱਬਰ ਢੱਠੇ ਖੂਹ 'ਚ ਪੈ ਕੇ ਮਰੇ, ਜਿਹਨੇ ਮੇਰਾ ਜਿਉਣਾ ਮੁਹਾਲ ਕਰ ਛੱਡਿਆ। ਘਰ ਦਾ ਕੰਮ ਧੰਦਾ ਨਿਬੇੜ ਮੈਂ ਡਿਸਪੈਂਸਰੀ ਹੋ ਤੁਰੀ। ਡਿਸਪੈਂਸਰੀ ਦੇ ਬਾਹਰ ਬਰਾਂਡੇ ਵਿੱਚ ਲਟਕੇ ਪੋਸਟਰ ਵੇਖ ਮੈਨੂੰ ਹੌਲ ਜਿਹੇ ਪੈਣ ਲੱਗੇ। ਪੋਸਟਰ 'ਤੇ ਕੁੱਖ ਵਿੱਚ ਪਿਆ ਬੱਚਾ ਤੇ ਬੱਚੇ 'ਤੇ ਲੱਗਦੀ ਸੂਈ ਵੇਖਦਿਆਂ ਹੀ ਮੇਰੀ ਕੁੱਖ ਵਿੱਚ ਸੂਈਆਂ ਚੁੱਭਣ ਲੱਗੀਆਂ। ਪਰਚੀ ਲੈ ਕੇ ਮੈਂ ਡਾਕਟਰਨੀ ਦੇ ਕਮਰੇ ਵਿੱਚ ਚਲੀ ਗਈ। ਜੀਤਾ, ਕੀ ਹਾਲ ਆ ਤੇਰਾ? ਉਹਨੇ ਮੇਰਾ ਹਾਲ ਕੀ ਪੁੱਛਿਆ। ਮੇਰੇ ਹੰਝੂ ਵਹਿ ਤੁਰੇ। ਡਾਕਟਰਨੀ ਜੀ, ਮੈਨੂੰ ਪਤਾ ਹੀ ਨਹੀਂ ਕੀ ਹੁੰਦਾ, ਇੱਕਦਮ ਸਭ ਕੁਝ ਮੇਰੇ ਵੱਸੋਂ ਬਾਹਰ ਹੋ ਜਾਂਦਾ। ਹੋਰ ਕੀ ਹੁੰਦਾ ਤੁਹਾਨੂੰ? ਡਾਕਟਰਨੀ ਜੀ, ਕਈ ਵਾਰ ਐਵੇਂ ਦਿਲ ਕਰੀ ਜਾਊ ਰੋਈ ਜਾਵਾਂ। ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਇਹ ਮਾਈਨਰ ਡਿਪਰੈਸ਼ਨ ਹੈ। ਹੋਰ ਕੋਈ ਸਮੱਸਿਆ? ਡਾਕਟਰਨੀ ਜੀ, ਬੱਚੇਦਾਨੀ ਦਾ ਨੁਕਸ ਹੈ। ਕਿਸੇ ਧੀ ਧਿਆਣੀ ਦਾ ਸ਼ਰਾਪ ਲੱਗਾ ਮੇਰੀ ਕੁੱਖ ਨੂੰ। ਮੁੰਡਾ ਲੱਭਦੀ ਨੇ ਦੇਹ ਨੂੰ ਰੋਗ ਲਾ ਲਿਆ। ਵੇਖ ਜੀਤਾ, ਮੁੰਡਾ ਹੋਣਾ ਬੰਦੇ ਦੇ ਹੱਥ ਵੱਸ ਹੁੰਦਾ। ਧ ਸੂਤਰ ਦਾ ਪਤਾ ਹੋਣੇ ਤੁਹਾਨੂੰ? ਨਹੀਂ ਡਾਕਟਰਨੀ ਜੀ, ਮੈਂ ਕਿਹੜਾ ਬਹੁਤਾ ਪੜ੍ਹੀ ਲਿਖੀ ਹੋਈ ਹਾਂ। ਮੈਨੂੰ ਨਹੀਂ ਸਮਝ ਪੈਣੇ। ਸਾਦੀ ਭਾਸ਼ਾ ਵਿੱਚ ਸਮਝਾਓ। ਵੇਖ ਜੀਤਾ, ਸਮਝ ਲੈ ਤੂੰ ਧਰਤੀ ਏ। ਤੇਰੇ 'ਚ ਬੀਅ ਤੇਰੇ ਘਰ ਵਾਲੇ ਦੇ ਪੈਣੇ। ਜੇ ਉਹਦੇ ਕੋਲ ਪੁੱਤ ਵਾਲੇ ਬੀਅ ਹੋਏ, ਤੇਰੇ ਪੁੱਤ ਹੋ ਜੂ। ਜੇ ਉਹਦੇ ਕੋਲ ਧੀ ਵਾਲੇ ਬੀਅ ਹੋਏ ਤਾਂ ਤੇਰੇ ਧੀ ਹੋ ਜੂ। ਡਾਕਟਰਨੀ ਜੀ, ਇਹਦਾ ਮਤਲਬ ਮੇਰਾ ਕੋਈ ਕਸੂਰ ਨਹੀਂ? ਤੇ ਭਾਵੇਂ ਉਹ ਦੂਜੀ ਵੀ ਲੈ ਆਵੇ ਤਾਂ ਵੀ ਮੁੰਡਾ ਨਹੀਂ ਹੋਊ? ਵੇਖ ਜੀਤਾ, ਧਰਤੀ ਬਦਲਣ ਨਾਲ ਵੀ ਫਸਲ ਤਾਂ ਉਹ ਹੋਵੇਗੀ ਜਿਹੜਾ ਬੀਅ ਪਾਇਆ ਗਿਆ ਏ। ਹਾਂ ਹਾਂ ਡਾਕਟਰਨੀ ਜੀ, ਹਾਂ ਹੁਣ ਮੈਨੂੰ ਸਭ ਸਮਝ ਲੱਗ ਗਈ। ਜਦੋਂ ਦੀ ਡਿਸਪੈਂਸਰੀ ਤੋਂ ਮੁੜੀ ਆ, ਇਉਂ ਲੱਗਦਾ ਜਿਵੇਂ ਮਣਾ ਮੂੰਹ ਭਾਰ ਮੇਰੇ ਦਿਲ ਤੋਂ ਲੱਥ ਗਿਆ ਹੋਵੇ। ਮੇਰਾ ਜੀਅ ਕਰਦਾ ਮੈਂ ਸਾਰੇ ਸ਼ਰੀਕੇ ਨੂੰ ਇਕੱਠਾ ਕਰਕੇ ਆਖਾਂ, ਮੇਰਾ ਕੋਈ ਕਸੂਰ ਨਹੀਂ। ਡਾਕਟਰਨੀ ਦੇ ਆਖੇ ਬੋਲ ਯਾਦ ਆਉਂਦੇ ਤਾਂ ਮੈਂ ਸਭ ਕਾਸੇ ਤੋਂ ਸੁਰਖਰੂ ਹੋ ਜਾਂਦੀ। ਮੈਨੂੰ ਲੱਗਦਾ ਜਿਵੇਂ ਮੈਂ ਐਵੇਂ ਹੀ ਇਸ ਟੱਬਰ ਦੀਆਂ ਸੱਚੀਆਂ ਝੂਠੀਆਂ ਤੁਹਮਤਾਂ ਮੱਥੇ ਮੜ ਲਈਆਂ ਤੇ ਮੈਂ ਐਵੇਂ ਹੀ ਇੰਨੇ ਵਰ੍ਹੇ ਆਪਣੇ ਨਸੀਬਾਂ ਨੂੰ ਕੋਸਦੀ ਰਹੀ ਹੋਵਾਂ। ਪਰ ਹੁਣ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਹੁਣ ਤੇ ਜੇ ਸੱਸ ਜੇ ਕੋਈ ਕੰਮ ਕਵੇ ਮੈਂ ਅਣਸੁਣੀ ਕਰ ਦੂੰ। ਆਪਣੇ ਪੁੱਤ ਨੂੰ ਇੱਕ ਦਿਨ ਕਹਿੰਦੀ, ਦਿਮਾਗ ਦਾ ਰੋਗ ਮਾੜਾ ਹੁੰਦਾ, ਜਾਂਦਾ ਨਹੀਂ ਛੇਤੀ। ਕੰਮ ਕੋਈ ਕਹੋ, ਕਰੂ ਹੋਰ। ਉਂਝ ਵੇਖ ਕਿਵੇਂ ਲਾਲੀਆਂ ਭਖਣ ਡਈਆਂ ਮੂੰਹ 'ਤੇ। ਮੈਂ ਗੱਲ ਸੁਣ ਕੇ ਢਿੱਡੋਂ ਹੱਸੀ। ਜੀ 'ਚ ਆਈ ਆਖਾਂ, ਬੁੱਢੀਏ ਹੁਣੇ ਠੀਕ ਹੋਈ ਆ, ਤੁਸੀਂ ਤਾਂ ਰਲ ਮਿਲ ਮੈਨੂੰ ਸ਼ੁਦੈਣ ਕਰ ਛੱਡਿਆ ਸੀ। ਡਾਕਟਰਨੀ ਦੇ ਕਹੇ ਮੁਤਾਬਕ ਦਵਾਈ ਖਾਂਦੀ ਆ। ਉਂਝ ਸਿਰ ਅਜੇ ਵੀ ਕਈ ਵਾਰ ਭਾਰਾ ਹੋ ਜਾਂਦਾ। ਗੋਲੀ ਖਾ ਲੈਂਦੀ ਆ ਤਾਂ ਨੀਂਦ ਜਿਹੀ ਆਉਣ ਲੱਗਦੀ ਆ। ਫਿਰ ਜਦੋਂ ਸਵੇਰੇ ਉੱਠਦੀ ਆ ਤਾਂ ਸਭ ਕੁਝ ਚੰਗਾ ਚੰਗਾ ਲੱਗਦਾ। ਨੇਮ ਨਾਲ ਗੁਰਦੁਆਰੇ ਜਾਂਦੀਆਂ, ਕਈ ਜਣੀਆਂ ਮੱਥੇ ਲੱਗਦੀਆਂ, ਕਈ ਪੁੱਛ ਵੀ ਲੈਂਦੀਆਂ, ਵਹੁਟੀਏ ਠੀਕ ਆ ਹੁਣ? ਮੈਂ ਅੱਗਾ ਵੱਲ ਲੈਂਦੀ, ਲੈ ਚਾਚੀ ਮੈਨੂੰ ਕੀ ਹੋਇਆ ਸੀ? ਤੇ ਫਿਰ ਉਹ ਸਾਰਾ ਤਰਸ ਮੂੰਹ 'ਤੇ ਇਕੱਠਾ ਕਰਕੇ ਕਹਿਣਗੀਆਂ, ਚੱਲ ਧੀਏ, ਪਰਮਾਤਮਾ ਦੇ ਲੜ ਲੱਗੀ ਰਹਿ, ਆਪੇ ਸੁਣੀ ਜਾਊ ਤੇਰੀ। ਮੈਂ ਬਸ ਹੱਸ ਛੱਡਦੀ ਹਾਂ। ਹੁਣ ਤੇ ਮੈਂ ਘਰ ਵੀ ਸੱਜ ਸੰਵਰ ਕੇ ਰਹਿੰਦੀ ਹਾਂ। ਬਾਹਰੋਂ ਮੇਰਾ ਖਸਮ ਆਇਆ ਤੇ ਮੇਰੇ ਵੱਲ ਝਾਕਦਿਆਂ ਕਹਿੰਦਾ, ਸੌਰੀ ਦੀਏ, ਬੜੀ ਫੱਬਣ ਡਈ ਆ ਅੱਜ। ਫੱਬਾ ਨਾ, ਤੂੰ ਸਾਰਿਆਂ ਨਾਲ ਰਲ ਮਿਲ ਮੈਨੂੰ ਸ਼ੁਦੈਣ ਕਰ ਛੱਡਿਆ। ਥੋੜ੍ਹੀ ਬਹੁਤ ਅਕਲ ਆਈ ਆ ਹੁਣ, ਆਪਣਾ ਆਪ ਸੰਭਾਲਿਆ। ਮੈਂ ਐਵੇਂ ਓਪਰਿਆਂ ਜਿਹਾਂ ਵਾਂਗ ਜਵਾਬ ਦਿੱਤਾ। ਉਂਝ ਮੈਂ ਸਭ ਸਮਝਦੀ ਸੀ ਇਹਦੀਆਂ। ਹੁਣ ਕਿੱਦਾਂ ਮੀਣਾ ਘੁੱਗਾ ਬਣਿਆ ਫਿਰਦਾ। ਘਰ ਜੋ ਕੋਈ ਨਹੀਂ। ਝਾਕਦੀ ਕਿੱਦਾਂ, ਜਿਵੇਂ ਮੈਂ ਕੋਈ ਓਪਰਾ ਬੰਦਾ ਹੋਵਾਂ। ਵੇ ਤੂੰ ਓਪਰਾ ਹੀ ਬਣ ਗਿਆ ਮੇਰੇ ਲਈ। ਤੇਰੇ ਭਾਅ ਦੀ ਤਾਂ ਮੈਂ ਕਦੋਂ ਦੀ ਮਰ ਮੁੱਕ ਗਈ।
ਕਦੇ ਕੁਝ ਪੁੱਛਿਆ ਹੀ ਮੈਨੂੰ? ਚੱਲ ਸਭ ਕੁਝ ਪੁੱਛਦਾ, ਜਰਾ ਕਮਰੇ 'ਚ ਆ। ਅੱਜ ਕਿੰਨੇ ਦਿਨਾਂ ਬਾਅਦ ਉਹ ਮੇਰੇ ਨੇੜੇ ਆਉਣ ਨੂੰ ਫਿਰਦਾ। ਉਂਝ ਕਹਿੰਦੇ ਹੁੰਦੇ ਆ, ਖਸਮ ਹੋਵੇ ਵੱਲ ਤਾਂ ਵਿਹੜਾ ਦੇਵਾਂ ਥਲ। ਪਰ ਮੈਨੂੰ ਪਤਾ ਨਾ ਇਹਨੇ ਕਦੇ ਮੇਰੇ ਵੱਲ ਹੋਣਾ ਤੇ ਨਾ ਹੀ ਮੇਰੇ ਤੋਂ ਵਿਹੜਾ ਥਲ ਹੋਣਾ। ਆਪਣੇ ਮਤਲਬ ਨੂੰ ਅੱਜ ਕਿੱਡਾ ਗੁੜ ਦਾ ਕੜਾਹ ਬਣੀ ਫਿਰਦਾ। ਉਂਝ ਇਹਦੇ ਮਤਲਬ 'ਚੋਂ ਮੈਂ ਆਪਣਾ ਮਤਲਬ ਕੱਢ ਸਕਦੀ ਸੀ। ਐਵੇਂ ਅੜਬਮਤੀ ਜਿਹੀ ਹੋਈ ਬਾਹਰ ਬੈਠੀ ਰਹੀ। ਨਾਲੇ ਮੈਂ ਕਿਉਂ ਇਹਦੇ ਪਿੱਛੇ ਪਿੱਛੇ ਤੁਰੀ ਫਿਰਾਂ? ਮੇਰੇ 'ਚ ਕਿਹੜਾ ਕੋਈ ਕਾਣ ਆ? ਕਮਰੇ 'ਚੋਂ ਬਾਹਰ ਨਿਕਲ, ਮੇਰਾ ਖਸਮ ਪਜਾਮੇ ਵਾਂਗ ਭੁੜਕੀ ਜਾਵੇ। ਸੌਰੀ ਦੀਏ, ਕਰ ਲਾ ਮਨ ਆਈਆਂ, ਸੌਂਕਣ ਲੈ ਕੇ ਆਉਂ ਤੇਰੀ। ਉਹ ਲੈ ਆ ਸੌਂਕਣ, ਬਣਨਾ ਜੁੜਨਾ ਤੈਨੂੰ ਉੱਥੋਂ ਵੀ ਕੁਝ ਨਹੀਂ। ਤੇਰੇ 'ਚ ਮੁੰਡਿਆਂ ਵਾਲੇ ਕਾਣ ਹੀ ਹੈ ਨਹੀਂ। ਕੀ ਭੌਂਕੀ? ਨਾਲੇ ਸੌਰੀ ਦੀਏ ਦੱਸ ਖਾਂ, ਕੀ ਕੋੜ ਹੋਇਆ ਮੇਰੇ ਕਣਾਂ ਨੂੰ? ਉਹ ਚੁੱਲ੍ਹੇ ਅੱਗੇ ਪਈਆਂ ਛਿਟੀਆਂ ਨਾਲ ਮੈਨੂੰ ਝੰਬਣ ਲੱਗਿਆ। ਉਹ ਕੁੱਟੀ ਜਾਵੇ ਤੇ ਮੈਂ ਅੱਗੋਂ ਪਤਾ ਨਹੀਂ ਕੀ ਕੀ ਬੱਕੜਵਾ ਕਰੀ ਜਾਵਾਂ। ਚੀਕ ਚਹਾੜਾ ਸੁਣ ਮੇਰੀ ਪਤੀਸ ਆ ਗਈ। ਮੇਰੇ ਖਸਮ ਹੱਥੋਂ ਛਿਟੀ ਫੜ ਕੇ ਕਹਿਣ ਲੱਗੀ, ਵੇ ਕਿਉਂ ਮਾਰਦਾ ਇਹਨੂੰ? ਜਨਾਨੀ ਤਤੜੀ 'ਚ ਹੁੰਦਾ ਕੀ ਆ? ਜਿਹੀ ਕੰਧ ਕੁੱਟ ਲਈ ਤੇਹੀ ਜਨਾਨੀ ਕੁੱਟ ਲਈ। ਮੈਨੂੰ ਦੰਦਲ ਪੈ ਗਈ। ਜਦੋਂ ਸੁਰਤ ਸੰਭਾਲੀ ਤਾਂ ਮੇਰੀ ਪਤੀਸ ਮੇਰੇ ਪੈਰਾਂ ਨੂੰ ਜ਼ੋਰ ਜ਼ੋਰ ਦੀ ਝੱਸ ਰਹੀ ਸੀ। ਮੈਂ ਚੁੰਨੀ ਦੇ ਪੱਲੇ ਬੱਧੀ ਗੋਲੀ ਖਾ ਲਈ। ਡਾਕਟਰਨੀ ਦੀ ਗੋਲੀ ਨੇ ਮੇਰੇ ਹੰਝੂ ਮੁਕਾ ਦਿੱਤੇ। ਹੁਣ ਐਵੇਂ ਮੈਨੂੰ ਗੱਲ-ਗੱਲ ਤੇ ਰੋਣ ਨਹੀਂ ਆਉਂਦਾ। ਵੇਖ ਚਾਚੀ, ਕਰਤੂਤ ਆਪਣੇ ਪੱਲੇ ਹੈ ਨਹੀਂ, ਕੁੱਟ ਕੇ ਮੈਨੂੰ ਚਲਾ ਗਿਆ। ਚੱਲ ਧੀਏ, ਬੁਲਾਰਾ ਨਾ ਕਰ ਬਹੁਤਾ, ਤੂੰ ਇੱਥੇ ਹੀ ਵਸਣਾ। ਸਿਆਣੇ ਕਹਿੰਦੇ ਆ, ਇੱਕੋ ਹੱਟੀ ਉਹ ਵੀ ਕਪੱਤੀ, ਮੁੜ ਮੁੜ ਜਾਣਾ ਉਸੇ ਹੱਟੀ ਤੇ ਧੀਏ। ਤੂੰ ਦੱਸ ਖਾਂ, ਬੰਦੇ ਵੀ ਭਲਾ ਬੇਕਰਤੂਤੇ ਹੁੰਦੇ ਆ? ਚਾਚੀ ਤੈਨੂੰ ਵੀ ਨਹੀਂ ਪਤਾ? ਮੈਂ ਸਾਰਿਆਂ ਨੂੰ ਦੱਸੂੰ, ਮੁੰਡਿਆਂ ਵਾਲੀ ਕਰਤੂਤ ਇਹਦੇ ਪੱਲੇ ਹੈ ਨਹੀਂ। ਮੇਰੀ ਹਰ ਗੱਲ ਦਾ ਹੁੰਗਾਰਾ ਭਰਨ ਵਾਲੀ ਚਾਚੀ ਨੇ ਅੱਜ ਮੇਰੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ। ਬਸ ਮੇਰੇ ਸਿਰ 'ਤੇ ਹੱਥ ਰੱਖ ਕਮਰੇ 'ਚੋਂ ਬਾਹਰ ਹੋ ਗਈ ਸੀ। ਕੱਲ੍ਹ ਦੀ ਫਿਰ ਕਲੈਹ ਦੀ ਮੁੱਢੀ ਆ ਕੇ ਬੈਠੀ ਆ। ਆਉਂਦੀ ਕਹਿੰਦੀ, ਭਾਬੀ ਠੀਕ ਆ ਹੁਣ? ਮੈਂ ਵੀ ਅੱਗੋਂ ਪਲਟ ਕੇ ਜਵਾਬ ਦਿੱਤਾ, ਲੈ ਮੈਨੂੰ ਕੀ ਹੋਇਆ ਸੀ? ਉਹ ਮੇਰਾ ਮੂੰਹ ਵੇਂਦੀ ਰਹਿ ਗਈ। ਬਾਹਰੋਂ ਉਹਦੀ ਮਾਂ ਆਈ ਤਾਂ ਉਹਨੂੰ ਕਹਿਣ ਲੱਗੀ, ਮਾਂ ਆ ਤੇਰੀ ਨਹੁੰ ਤਾਂ ਆਲਟ ਪੱਲੀਆਂ ਮਾਰਨ ਲੱਗ ਪਈ। ਕਹਿੰਦੀ ਆ ਮੈਨੂੰ ਤਾਂ ਕਦੇ ਕੁਝ ਨਹੀਂ ਸੀ ਹੋਇਆ। ਨੀ ਧੀਏ, ਕਦੇ ਕਮਲਾ ਵੀ ਆਪਣੇ ਆਪ ਨੂੰ ਕਮਲਾ ਕਹਿੰਦਾ ਹੁੰਦਾ? ਮਾਂ ਧੀ ਦੀਆਂ ਗੱਲਾਂ ਸੁਣ ਮੈਨੂੰ ਆਪਣੇ ਆਪ 'ਤੇ ਸ਼ੱਕ ਜਿਹਾ ਹੋਇਆ। ਪਰ ਹੁਣ ਤਾਂ ਮੇਰਾ ਸਿਰ ਵੀ ਕਦੇ ਕਦਾਈ ਭਾਰਾ ਹੁੰਦਾ। ਜਦ ਦਵਾਈ ਖਾ ਲਵਾਂ ਠੀਕ ਹੋ ਜਾਂਦਾ। ਪਰ ਇਹ ਵੱਡੀਆਂ ਚਾਤਰਾਂ ਮੈਨੂੰ ਸ਼ੁਦੈਣ ਕਿਉਂ ਸਮਝਦੀਆਂ? ਮੈਂ ਜਦ ਇਹਨਾਂ ਦੀਆਂ ਜਰਦੀ ਸੀ ਤਾਂ ਵੀ ਸ਼ੁਦੈਣ, ਤੇ ਹੁਣ ਜਦ ਮੈਂ ਕਹਿੰਦੀ ਆ ਮੈਂ ਠੀਕ ਆ ਤਾਂ ਮੰਨਦੀਆਂ ਨਹੀਂ। ਇਸ ਕਲੈਹ ਦੀ ਮੁੱਢੀ ਨੂੰ ਘਰੇ ਟੇਕ ਹੈ ਨਹੀਂ। 8ਵੀਂ-10ਵੀਂ ਦਿਨੀ ਪੇਕੇ ਆਣ ਧਮਕੂ। ਨਾਲੇ ਲੋਕੀ ਰੰਨਾਂ ਪਾਲਦੇ, ਨਾਲੇ ਕੁੜੀਆਂ ਜੰਮਣ ਤੋਂ ਡਰਦੇ। ਨੀ ਭਾਬੀ, ਆਹ ਬੋਲੀਆਂ ਕਿੱਥੇ ਪੈਣ ਡਈਆਂ? ਸਰਕਾਰੀ ਸਕੂਲ ਵਿੱਚ। ਮੈਂ ਜਦੋਂ ਆਉਣ ਡਈ ਸੀ ਵਾਹਵਾ ਝੰਡੀਆਂ ਲੱਗੀਆਂ ਸੀ ਉੱਥੇ। ਆਹੋ, ਕੱਲ੍ਹ ਕਿਸੇ ਵੱਡੇ ਅਫਸਰ ਨੇ ਆਉਣਾ ਸਕੂਲ ਵਿੱਚ। ਮੈਂ ਆਪਣੀ ਗੱਲ ਨਿਬੇੜ ਕੇ ਕੰਮ ਧੰਦੇ ਲੱਗ ਗਈ ਸੀ। ਉਂਝ ਵੀ ਮੈਨੂੰ ਇਹਦੇ ਨਾਲ ਸਿਰ ਖਪਾਉਣਾ ਚੰਗਾ ਨਹੀਂ ਸੀ ਲੱਗਦਾ। ਪੇੜਾ ਪੇੜਾ ਪੇੜਾ, ਪੁੱਤਾਂ ਤੇਰਾ ਧਨ ਵੰਡਣਾ, ਧੀਆਂ ਵੰਡਣਾ ਦੁੱਖੜਾ ਤੇਰਾ। ਭਾਬੀ, ਆਹ ਬੋਲੀਆਂ ਕਿਵੇਂ ਦੀਆਂ ਪੈਣ ਡਈਆਂ? ਆਪਣੇ ਵੇਲੇ ਤਾਂ ਇਹੋ ਜਿਹੀਆਂ ਬੋਲੀਆਂ ਨਹੀਂ ਸੀ ਹੁੰਦੀਆਂ। ਮੈਂ ਚੁੱਪ ਕਰ ਰਹੀ, ਪਰ ਮੈਨੂੰ ਇਹ ਬੋਲੀਆਂ ਚੰਗੀਆਂ ਲੱਗਦੀਆਂ। ਰਸੋਈ ਵਿੱਚ ਮੈਂ ਇਸ ਕਲੈਹ ਦੀ ਮੁੱਢੀ ਲਈ ਚਾਹ ਬਣਾਉਣ ਚਲੀ ਗਈ। ਹੁਣ ਪਤਾ ਨਹੀਂ ਕਿਹਦੇ ਨਾਲ ਗੱਲੀਂ ਟੱਕਰੀ ਸੀ। ਬਾਹਰ ਨਿਕਲ ਵੇਖਿਆ ਤਾਂ ਸਕੂਲ ਦੀ ਚੌਕੀਦਾਰਨੀ ਸੀ। ਮਾਸਟਰਨੀਆਂ ਦੀ ਚਾਹ ਲਈ ਦੁੱਧ ਲੈਣ ਆਈ ਸੀ। ਮੈਨੂੰ ਵੇਖ ਕੇ ਕਹਿਣ ਲੱਗੀ, ਆ ਜਾਓ ਦੋਵੇਂ ਨਨਾਣ ਭਰਜਾਈ ਸਕੂਲੇ, ਰੌਣਕ ਮੇਲਾ ਵੇਖਣ। ਤੁਹਾਡੀਆਂ ਸ਼ਰੀਕਣੀਆਂ ਵੀ ਆਉਣ ਲੱਗੀਆਂ। ਚੱਲ ਭਾਬੀ ਚੱਲੀਏ। ਪਰ ਸੱਚ ਤੈਨੂੰ ਤਾਂ ਗਿੱਧੇ ਤੋਂ ਡਰ ਲੱਗਦਾ। ਹੁਣ ਨਹੀਂ ਮੈਨੂੰ ਡਰ ਲੱਗਦਾ। ਗਿੱਧੇ ਤੋਂ ਤਾਂ ਕੀ, ਕਿਸੇ ਤੋਂ ਵੀ ਨਹੀਂ ਡਰ ਲੱਗਦਾ। ਮੈਂ ਕਿਉਂ ਡਰਾਂ ਭਲਾ? ਇਹਨਾਂ ਆਖ ਮੈਂ ਅੰਦਰੋਂ ਨਵਾਂ ਸੂਟ ਪਾ ਕੇ ਉਹਦੇ ਨਾਲ ਸਕੂਲੇ ਪਹੁੰਚ ਗਈ। ਝਾਵਾਂ 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 ਸਾਨੂੰ ਨਾ ਮਾਰੋ, ਅਸੀਂ ਹਾਂ ਨੰਨੀਆਂ ਛਾਵਾਂ। ਬੋਲੀ ਸੁਣ ਮੇਰੀਆਂ ਅੱਖਾਂ ਭਰ ਆਈਆਂ। ਗਿੱਧੇ ਵਿੱਚ ਨੱਚਦੀਆਂ ਕੁੜੀਆਂ ਮੈਨੂੰ ਆਪਣੀ ਹੀ ਕੁੱਖੋਂ ਜਾਈਆਂ ਲੱਗੀਆਂ। ਮੇਰਾ ਦਿਲ ਕਰੇ ਉਹਨਾਂ ਨੂੰ ਆਪਣੀ ਹਿੱਕ ਨਾਲ ਲਾ ਲਵਾਂ। ਅਗਲੇ ਹੀ ਪਲ ਮੈਨੂੰ ਉੱਥੇ ਪੈਂਦੀਆਂ ਬੋਲੀਆਂ ਦੀ ਆਵਾਜ਼ ਨਹੀਂ ਸੀ ਸੁਣਨ ਡਈ। ਮੈਂ ਉੱਥੇ ਪਹੁੰਚ ਗਈ ਸੀ ਜਿੱਥੇ ਵਿਆਹ ਵਾਲਾ ਘਰ ਸੀ, ਜਿੱਥੇ ਸਾਰੀਆਂ ਸ਼ਰੀਕਣੀਆਂ ਜੁੜ ਗਿੱਧਾ ਪਾਉਣ ਡਈਆਂ ਸੀ, ਤੇ ਜਿੱਥੇ ਮੇਰੀ ਨਨਾਣ ਨੇ ਗਿੱਧੇ ਦੇ ਪਿੜ ਵਿੱਚ ਮੈਨੂੰ ਖਿਲਾਰ ਕੇ ਬੋਲੀ ਪਾਈ ਸੀ। ਸੱਤ ਦੇ ਬਚਨ ਵਿੱਚ ਪੁੜੀਆਂ, ਸੱਤ ਦੇ ਬਚਨ ਵਿੱਚ ਪੁੜੀਆਂ, ਅਸਾਂ ਤੈਨੂੰ ਨਹੀਂਓ ਰੱਖਣਾ, ਤੇਰੀ ਨਾੜ ਨਾੜ ਵਿੱਚ ਕੁੜੀਆਂ।
ਨਨਾਣ ਦੀ ਪੁਰਾਣੀ ਪਾਈ ਬੋਲੀ ਮੇਰੇ ਚਾਰੇ ਪਾਸੇ ਗੂੰਜਣ ਲੱਗੀ ਤੇ ਮੈਂ ਸਾਹਮਣੇ ਖਲੋਤੀ ਨਨਾਣ ਨੂੰ ਗਿੱਧੇ ਦੇ ਪੇੜ ਵਿੱਚ ਧੂ ਲਿਆਈ ਤੇ ਪੂਰੇ ਹਿੱਕ ਦੇ ਜ਼ੋਰ ਨਾਲ ਆਪਣੀ ਵਾਰੀ ਲੈਂਦਿਆਂ ਬੋਲੀ ਛੋ ਲਈ। ਸੱਤ ਦੇ ਬਚਨ ਵਿੱਚ ਪੁੜੀਆਂ, ਸੱਤ ਦੇ ਬਚਨ ਵਿੱਚ ਪੁੜੀਆਂ, ਤੇਰੇ ਵੀਰ ਘਰ ਨਹੀਂਓ ਵਸਣਾ, ਉਹਦੇ ਕਣ ਕਣ ਦੇ ਵਿੱਚ ਕੁੜੀਆਂ। ਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਮੈਨੂੰ ਗਿੱਧੇ ਦੇ ਪਿੜ ਤੋਂ ਡਰ ਨਹੀਂ ਸੀ ਲੱਗਾ। ਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਮੈਂ ਗਿੱਧੇ ਦੇ ਪਿੜ ਵਿੱਚ ਬੋਲੀ ਪਾਈ ਸੀ। ਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਮੈਂ ਗਿੱਧਾ ਪਾਉਂਦਿਆਂ ਆਪ ਖੋ ਬੈਠੀ ਸੀ। ਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਬੋਲੀ ਦੀ ਲੈਅ ਤੇ ਮੇਰੇ ਪੈਰ ਧਰਤ ਤੋਂ 4-4 ਗਿੱਠਾਂ ਉੱਚੇ ਉੱਠਣ ਡਏ ਸੀ। ਬੋਲੀ ਦੀ ਲੈਅ ਰਤਾ ਮੱਠੀ ਹੋਈ ਤਾਂ ਸਾਹਮਣੇ ਬੈਠੀਆਂ ਮੈਨੂੰ ਮੇਰੀਆਂ ਸ਼ਰੀਕਣੀਆਂ ਦਿਸੀਆਂ, ਪਰ ਉਹ ਤਾਂ ਅੱਜ ਫਿਰ ਮੇਰੇ ਵੱਲ ਹੀ ਵੇਖ ਹੱਸਣ ਡਈਆਂ ਸੀ। ਕਲੈਦ ਦੀ ਮੁੱਢੀ ਮੇਰੀ ਨਨਾਣ ਨੇ ਮੈਨੂੰ ਘੁੱਟ ਕੇ ਬਾਹਾਂ ਵਿੱਚ ਜਕੜ ਲਿਆ ਤੇ ਬੜੀ ਸਿਆਣੀ ਜਿਹੀ ਬਣਦੀ ਮੈਨੂੰ ਕਹਿਣ ਲੱਗੀ, ਨੀ ਭਾਬੀ, ਥੋੜ੍ਹੀ ਅਕਲ ਕਰ, ਦਿਮਾਗ ਦਾ ਨੁਕਸ ਛੇਤੀ ਜਾਂਦਾ ਨਹੀਂ। ਹੁਣ ਤੇ ਤੈਨੂੰ ਥਾਂ ਕੁਥਾਂ ਦਾ ਵੀ ਪਤਾ ਨਹੀਂ ਲੱਗਦਾ। ਬੋਲੀ ਕੀ ਸੀ ਤੇ ਤੂੰ ਕੀ ਅਲਟ ਪੱਲੀਆਂ ਮਾਰਨ ਲੱਗ ਪਈ। ਮੈਂ ਉਹਦੇ ਮੀਸਣੇ ਜਿਹੇ ਚਿਹਰੇ ਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਝਾਕਿਆ ਤੇ ਫਿਰ ਮੈਂ ਹੱਸਦੀ ਰੋਣ ਲੱਗ ਪਈ।